ਆਪ ਜੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਸਤਿਗੁਰਾਂ ਦੀ ਕਥਾ ਜੋ ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬੜੇ ਪਿਆਰ ਨਾਲ ਸ਼ਰਧਾ ਨਾਲ ਲਿਖੀ ਹੈ। ਸਰਵਣ ਕਰਦਿਆਂ ਕਥਨ ਕਰਦਿਆਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਮਾਨੋ ਜਿਵੇਂ ਕਲਗੀਧਰ ਪਾਤਸ਼ਾਹ ਦੇ ਸਰਵਣ ਦਰਸ਼ਨ ਹੋ ਰਹੇ ਨੇ। ਜਿਸ ਢੰਗ ਨਾਲ ਨਿੱਕੀ ਨਿੱਕੀ ਗੱਲ ਨੂੰ ਬੜੀ ਬਾਰੀਕੀ ਨਾਲ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ ਹੈ। ਇਨ ਬਿਨ ਸਰਵਣ ਕਰਦਿਆਂ ਸਾਖਸ਼ਾਤਕਾਰ ਹੀ ਹੁੰਦਾ ਹੈ। ਸ਼ਬਦਾਂ ਵਿੱਚ ਸ਼ਕਤੀ ਹੁੰਦੀ ਹੈ ਔਰ ਉਸ ਸ਼ਬਦ ਦੀ ਸ਼ਕਤੀ ਨਾਲ ਸਾਨੂੰ ਜਿਸ ਸੰਬੰਧ 'ਚੋਂ ਸ਼ਬਦ ਵਰਤਿਆ ਜਾਂਦਾ ਉਹਦਾ ਗਿਆਨ ਹੁੰਦਾ ਹੈ। ਮੈਂ ਹੁਣ ਆਪਣੀ ਜ਼ੁਬਾਨ ਤੋਂ ਸ਼ਬਦ ਵਰਤਾਂ ਸ਼ੇਰ। ਸ਼ੇਰ ਕਹਿੰਦੇ ਆ ਸ਼ੇਰ ਦਾ ਰੂਪ, ਉਹਦਾ ਆਕਾਰ, ਉਹਦੀ ਸ਼ਕਲ, ਉਹ ਕਿੱਦਾਂ ਦਾ ਹੁੰਦਾ, ਕਿੱਦਾਂ ਦਾ ਰੂਪ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਇੱਕਦਮ ਆ ਜਾਂਦਾ। ਹਾਲਾਂਕਿ ਸ਼ੇਰ ਕਿਹਾ, ਸ਼ੇਰ ਕਹਿਣ ਦੇ ਨਾਲ ਉਹ ਇੱਥੇ ਆ ਤਾਂ ਨਹੀਂ ਗਿਆ, ਪਰ ਉਹਦਾ ਜਿਹੜਾ ਸ਼ਬਦ ਦੀ ਜਿਹੜੀ ਸ਼ਕਤੀ ਵਿਰਤੀ ਆ ਉਹਦੇ ਦੁਆਰਾ ਇੱਕਦਮ ਉਹਦਾ ਰੂਪ ਸਾਡੀਆਂ ਅੱਖਾਂ ਸਾਹਮਣੇ ਆ ਗਿਆ। ਰੱਸੀ ਕਹਿਣ ਨਾਲ ਰੱਸੀ ਦਾ ਇੱਕਦਮ ਸਰੂਪ ਅੱਖਾਂ ਦੇ ਸਾਹਮਣੇ ਆ ਜਾਂਦਾ ਵੀ ਇੱਦਾਂ ਦੀ ਹੁੰਦੀ। ਤੋ ਭਾਈ ਸਾਹਿਬ ਨੇ ਜਿਹੜੇ ਸ਼ਬਦ ਵਰਤੇ ਨੇ ਕਲਗੀਧਰ ਦੇ ਇਤਿਹਾਸ ਵਿੱਚ ਮਹਾਰਾਜ ਜੀ ਦਾ ਸਰੂਪ ਵਰਣਨ ਕਰਦੇ ਹਾਂ। ਇਹਨਾਂ ਦੀ ਸ਼ਕਤੀ ਦੇ ਨਾਲ ਨਾਲ ਇਹਨਾਂ ਸ਼ਬਦਾਂ ਦੀ ਚੇਤਨਤਾ ਵੀ ਜਾਗੀ ਹੋਈ। ਇੱਕ ਸ਼ਬਦਾਂ ਦੀ ਸ਼ਕਤੀ ਹੁੰਦੀ, ਇੱਕ ਸ਼ਬਦ ਦੀ ਚੇਤਨਤਾ ਹੁੰਦੀ ਹੈ। ਜੋ ਸ਼ਬਦ ਦੀ ਚੇਤਨਤਾ ਹੈ ਉਹ ਸਾਧਕ ਸਾਧਨਾ ਦੁਆਰਾ ਉਜਾਗਰ ਕਰਦੇ ਹਨ। ਭਾਈ ਸਾਹਿਬ ਸਾਧਕ ਵੀ ਨੇ। ਇਸ ਕਰਕੇ ਜਦੋਂ ਭਾਈ ਸਾਹਿਬ ਇਹ ਕਥਾ ਲਿਖਦੇ ਨੇ, ਸਾਨੂੰ ਕਥਨ ਕਰਦਿਆਂ ਸੁਣਦਿਆਂ ਇੱਕਦਮ ਸਤਿਗੁਰਾਂ ਦਾ ਸਰੂਪ ਇੱਦਾਂ ਅੱਖਾਂ ਦੇ ਸਾਹਮਣੇ ਵਰਤਦਾ ਹੈ ਵੀ ਮਾਨੋ ਜਿਵੇਂ ਸਭ ਸਾਹਮਣੇ ਹੋ ਰਿਹਾ ਹੈ। ਕਲਗੀਧਰ ਜੀ ਕੀਰਤਪੁਰ ਸਾਹਿਬ ਆਏ ਨੇ ਚੱਲ ਕੇ। ਸ੍ਰੀ ਕੀਰਤਪੁਰ ਸਾਹਿਬ ਤੋਂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਆਏ ਨੇ। ਆਨੰਦਪੁਰ ਸਾਹਿਬ ਦੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੇ, ਗੁਰਸਿੱਖਾਂ ਨੇ ਸਤਿਗੁਰਾਂ ਦੇ ਆਉਣ 'ਤੇ ਆਪਣੀ ਖੁਸ਼ੀ ਨੂੰ ਪ੍ਰਗਟ ਕੀਤਾ ਹੈ। ਗ੍ਰਹਿ ਪ੍ਰਗਟੇ ਆਏ ਵਾਲੀ ਗੱਲ ਦੀ ਸੋਭਾ ਹੋਈ ਹੈ। ਮੰਗਲਾਚਾਰ ਹੋਏ ਨੇ। ਪਾਤਸ਼ਾਹ ਚੱਲ ਕੇ ਪਹਿਲਾਂ ਆਪਣੇ ਪਿਤਾ ਜੀ ਦੇ ਪਾਵਨ ਸਥਾਨ ਦਿਉਰਾ ਸਾਹਿਬ ਆਏ ਨੇ। ਇੱਥੇ ਨਮਸਕਾਰ ਕੀਤੀ, ਕੜਾਹ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਅਰਦਾਸ ਬੇਨਤੀ ਕਰਕੇ ਪਰਿਕਰਮਾ ਕੀਤੀ। ਸੰਗਤ ਨੂੰ ਦਰਸ਼ਨ ਦੇ ਕੇ ਆਪਣੇ ਮਹਿਲਾਂ ਵਿੱਚ ਆਏ ਨੇ। ਸਤਿਗੁਰਾਂ ਦੇ ਮਹਿਲ ਮਾਤਾ ਜੀਤੋ ਜੀ, ਸਤਿਕਾਰਯੋਗ ਮਾਤਾ ਸੁੰਦਰੀ ਜੀ ਗੁਰਦੇਵ ਦੇ ਦਰਸ਼ਨਾਂ ਨੂੰ ਆਏ। ਤਿਨਾਂ ਨਾਲ ਵਾਰਤਾਲਾਪ ਕਰਨ ਤੋਂ ਉਪਰੰਤ ਆਪਣੇ ਸਤਿਕਾਰਯੋਗ ਮਾਤਾ ਗੁਜਰੀ ਜੀ ਕੋਲ ਜਾ ਕੇ ਤਿਨਾਂ ਨੂੰ ਪ੍ਰਣਾਮ ਕੀਤੀ, ਹਾਲ ਚਾਲ ਪੁੱਛਿਆ। ਤੋ ਇਹ ਪਾਵਨ ਵਾਰਤਾ ਆਪਾਂ ਕੱਲ੍ਹ ਦੀ ਕਥਾ ਦੇ ਵਿੱਚ ਸਰਵਣ ਕੀਤੀ। ਆਨੰਦਪੁਰ ਸਾਹਿਬ ਦੇ ਜੋ ਭਾਰੀ ਆਨੰਦ ਨੇ ਉਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ। ਸ੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਦੂਸਰੀ ਰੁੱਤ ਦੀ ਕਥਾ ਚੱਲ ਰਹੀ ਹੈ ਔਰ ਦੂਸਰੀ ਰੁੱਤ ਦਾ 35ਵਾਂ ਪ੍ਰਸੰਗ ਚੱਲ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ। ਸਾਹਿਬੇ ਕਮਾਲ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਤਿਨਾਂ ਦੇ ਪਾਵਨ ਚਰਨਾਂ ਵਿੱਚ
ਆਪਣੀਆਂ ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਸੋਚ ਸ਼ਨਾਨੇ ਕਰਤਬੈ ਸਜ ਬਸਤਰ ਬਨਾਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਔਰ ਸੋਹਣੇ ਬਸਤਰ ਸ਼ਸਤਰ ਆਪਣੇ ਸਰੀਰ ਤੇ ਸਜਾਏ ਹਨ। ਪਾਏ ਗਰੇ ਸ਼ਮਸ਼ੇਰ ਕੋ ਸ਼ਮਸ਼ੇਰ ਸੁਹਾਏ। ਗਾਤਰੇ ਵਿੱਚ ਸ਼ਮਸ਼ੀਰ ਧਾਰਨ ਕੀਤੀ। ਸ਼ਮਸ਼ੀਰ ਦਾ ਮਤਲਬ ਸ਼੍ਰੀ ਸਾਹਿਬ, ਤਲਵਾਰ, ਤੇਗ, ਕਿਰਪਾਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗਾਤਰੇ ਵਿੱਚ ਸ਼ਮਸ਼ੀਰ ਧਾਰਨ ਕੀਤੀ ਹੈ ਔਰ ਸ਼ੇਰ ਦੇ ਸਮਾਨ ਮਹਾਰਾਜ ਜੀ ਪ੍ਰਤਾਪੀ ਤੇ ਬਲੀ ਹੋ ਕੇ ਸੋਭਨੀਕ ਹੋਏ ਹਨ। ਆਏ ਸਭਾ ਸਥਾਨ ਮੈਂ ਮਾਨਵ ਸਮੁਦਾਏ। ਸਤਿਗੁਰੂ ਜੀ ਦੀ ਸਭਾ ਸਜ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਗੁਰਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਦੇ ਅਭਿਲਾਖੀ ਹਨ, ਉਹ ਦਰਸ਼ਨ ਕਰਨ ਨਿਮਿਤ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ। ਸੀਸ ਹਜ਼ਾਰੋਂ ਨਿਮਰ ਹੋਏ ਜਿਤ ਕਿਤ ਚੌਂਕਾਏ। ਜਦੋਂ ਸਤਿਗੁਰੂ ਜੀ ਦਰਬਾਰ ਵਿੱਚ ਆਏ, ਉਹ ਸਾਰੀ ਸੰਗਤ ਚਾਰੇ ਪਾਸੇ ਦਿਸ ਰਹੀ ਹੈ ਹਜ਼ਾਰਾਂ ਦੀ ਗਿਣਤੀ 'ਚ। ਗੁਰਦੇਵ ਨੂੰ ਆਉਂਦਿਆਂ ਵੇਖ ਕੇ ਸਭ ਦੇ ਸੀਸ ਝੁਕੇ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਮਹਾਰਾਜ ਜੀ ਦੇ ਦਰਸ਼ਨ ਭਲਾਖੀਆਂ ਦੇ ਸੀਸ ਝੁਕੇ ਨੇ। ਬੜੇ ਸਤਿਕਾਰ ਨਾਲ ਸੀਸ ਝੁਕਾ ਕੇ ਮਹਾਰਾਜ ਜੀ ਦਾ ਅਦਬ ਤੇ ਸਤਿਕਾਰ ਕਰਦੇ ਹਨ। ਤੇਰੇ ਸਿੰਘਾਸਨ ਸ਼੍ਰੀ ਪ੍ਰਭੂ ਪੁਨ ਲਗਿਓ ਦੀਵਾਨਾ। ਮਹਾਰਾਜ ਜੀ ਸਭਾ ਵਿੱਚ ਆਏ, ਆਪਣੇ ਸੋਹਣੇ ਸਿੰਘਾਸਣ ਦੇ ਉੱਤੇ ਆਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਸਜੇ ਨੇ, ਬੈਠੇ ਨੇ ਔਰ ਮਹਾਰਾਜ ਜੀ ਦਾ ਦੀਵਾਨ ਸਜ ਗਿਆ ਹੈ। ਸੁਪਟ ਸ਼ਸਤਰ ਕੇ ਸੈਤ ਗਨ ਬੈਠੇ ਤੈ ਆਨਾ। ਅਨੇਕਾਂ ਸ਼ਸਤਰਧਾਰੀ ਸੂਰਮੇ ਸ਼ਸਤਰਾਂ ਦੇ ਸਹਿਤ ਹੋ ਕੇ, ਅਨੇਕਾਂ ਸ਼ਸਤਰਾਂ ਨੂੰ ਧਾਰਨ ਕਰਕੇ ਮਹਾਰਾਜ ਕਲਗੀਧਰ ਜੀ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਬੈਠੇ ਹਨ। ਦੇਸ਼ ਵਿਦੇਸ਼ਨ ਸੰਗਤਾਂ ਬਹੁ ਚੱਲ ਕਰ ਆਈ। ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਹੀ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਦਰਸ਼ਨ ਭਲਾਖੀ ਹੋ ਕੇ ਚੱਲ ਕੇ ਆਏ ਹਨ। ਸੁਨ ਸੁਨ ਗੁਰ ਆਗਮਨ ਕੋ ਠਹਿਰੀ ਸਮੁਦਾਈ। ਸਤਿਗੁਰਾਂ ਦਾ ਆਗਮਨ ਸੁਣ ਕੇ, ਕਿਉਂਕਿ ਸੰਗਤ ਪਹਿਲਾਂ ਆਈ ਹੋਈ ਸੀ ਆਨੰਦਪੁਰ ਸਾਹਿਬ ਤੋਂ, ਜਾਣ ਦੀਆਂ ਤਿਆਰੀਆਂ ਸਨ, ਪਰ ਜਦੋਂ ਪਤਾ ਲੱਗਾ ਕਿ ਕਲਗੀਧਰ ਜੀ ਆ ਰਹੇ ਨੇ ਤੋ ਸੰਗਤ ਉਡੀਕ ਕਰਨ ਲੱਗੀ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਹੀ ਹੁਣ ਵਾਪਸ ਪਿੰਡਾਂ ਨੂੰ ਨਗਰਾਂ ਨੂੰ ਜਾਵਾਂਗੇ। ਸੋ ਸਭਈ ਹਿਤ ਦਰਸ ਕੇ ਉਮੜੀ ਇੱਕ ਸਾਰੀ। ਜਦੋਂ ਮਹਾਰਾਜ ਜੀ ਦਾ ਦੀਵਾਨ ਸਜਿਆ, ਮੇਵੜੇ ਸਿੱਖ ਨੇ ਸੰਗਤ ਨੂੰ ਜਾ ਕੇ ਦੱਸਿਆ ਸਤਿਗੁਰੂ ਜੀ ਦਰਸ਼ਨ ਦੇ ਰਹੇ ਨੇ, ਤਾਂ ਤਕਰੀਬਨ ਸਾਰੀਆਂ ਸੰਗਤਾਂ ਉਮੜ ਕੇ ਆਈਆਂ। ਬੜੇ ਉਤਸ਼ਾਹ ਨਾਲ, ਬੜੇ ਭਾਰੀ ਉਤਸ਼ਵ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸੋਹਣੇ ਦਰਸ਼ਨ ਦੀਦਾਰ ਕਰਨ ਵਾਸਤੇ ਮਹਾਰਾਜ ਜੀ ਦੀ ਸਭਾ ਵਿੱਚ ਆਏ ਹਨ। ਲੈ ਲੈ ਅਨਕ ਅਕੋਰ ਕੋ ਚੱਲ ਪਹੁੰਚੀ ਅਗਾਰੀ। ਅਨੇਕਾਂ ਪ੍ਰਕਾਰ ਦੀਆਂ ਕੋਰਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਹ ਲੈ ਕੇ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ। ਸਿੱਖਾਂ ਦੀ ਜੋ ਦਸਵੰਧ ਦੀ ਕਿਰਤ ਦੀ, ਧਰਮ ਦੀ ਕਿਰਤ ਦੇ ਵਿੱਚੋਂ 10ਵਾਂ ਹਿੱਸਾ ਮਹਾਰਾਜ ਜੀ ਦਾ ਹੈ। ਬੜੇ ਅਦਬ ਸਤਿਕਾਰ ਨਾਲ ਉਹ ਦਸਵੰਧ ਦੀ ਮਾਇਆ ਸਤਿਗੁਰਾਂ ਦੇ ਚਰਨਾਂ 'ਚ ਗੁਰਸਿੱਖ ਭੇਟ ਕਰ ਰਹੇ ਨੇ। ਗੁਰੂ ਪਾਤਸ਼ਾਹ ਦੇ ਘਰਾਂ ਦੇ ਇੱਕ ਵਾਰ ਕਲਗੀਧਰ ਜੀ ਨੂੰ ਕਿਸੇ ਨੇ ਸਵਾਲ ਕੀਤਾ, ਰਾਜੇ ਨੇ ਕਹਿਣ ਲੱਗੇ, ਜੀ ਅਸੀਂ ਤਾਂ ਰਾਜੇ ਹਾਂ, ਸਾਡਾ ਰਾਜ ਭਾਗ ਹੈ, ਲੋਕਾਂ ਕੋਲੋਂ ਟੈਕਸ ਆਉਂਦਾ ਹੈ, ਲੋਕਾਂ ਕੋਲੋਂ ਫਸਲਾਂ 'ਚੋਂ ਅਸੀਂ ਹਿੱਸਾ ਆਪਣਾ ਲੈਂਦੇ ਹਾਂ,
ਫੌਜਾਂ ਅਸੀਂ ਰੱਖੀਆਂ ਹੋਈਆਂ, ਉਹਨਾਂ ਦਾ ਖਰਚ ਲੋਕਾਂ ਦੇ ਕੋਲੋਂ ਆਉਂਦੇ ਟੈਕਸ ਦੇ ਨਾਲ ਅਸੀਂ ਕਰਦੇ ਹਾਂ। ਆਪਣੇ ਖਰਚੇ ਟੈਕਸ ਦੇ ਨਾਲ ਹੀ, ਮਾਮਲੇ ਦੇ ਨਾਲ, ਜਿਹੜਾ ਲੋਕਾਂ ਤੇ ਕਰ ਲੱਗਦਾ ਉਹਦੇ ਨਾਲ ਚਲਾਉਂਦੇ ਹਾਂ। ਵੀ ਤੁਹਾਡੇ ਕੋਲ ਵੀ ਇਤਨਾ ਵੱਡਾ ਕਾਰ ਮਦਾਰ ਹੈ, ਇੰਨੀਆਂ ਫੌਜਾਂ ਨੇ, ਆਪ ਜੀ ਦੇ ਘਰ ਦਾ ਵੀ ਇੰਨਾ ਖਰਚਾ ਹੈ, ਵੀ ਤੁਹਾਡੇ ਕੋਲ ਜਿਹੜੀ ਇਹ ਆਮਦਨ ਆਉਂਦੀ ਹੈ, ਖਰਚ ਆਉਂਦਾ, ਇਹ ਕਿੱਥੋਂ ਆਉਂਦਾ? ਤੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ। ਮਹਾਰਾਜ ਜੀ ਕਹਿੰਦੇ, ਪੰਥ ਖਾਲਸਾ ਖੇਤੀ ਮੇਰੀ, ਪੰਥ ਖਾਲਸਾ ਖੇਤੀ ਮੇਰੀ। ਇਹ ਜਿਹੜਾ ਮੇਰਾ ਪੰਥ ਖਾਲਸਾ ਹੈ, ਮੇਰੀ ਖੇਤੀ ਹੈ। ਜਿਵੇਂ ਜ਼ਿਮੀਂਦਾਰ ਆਪਣੇ ਖੇਤ ਨੂੰ ਪਾਲਦਾ ਹੈ, ਉਹਦੇ ਵਿੱਚੋਂ ਫਲ ਵੀ ਲੈਂਦਾ, ਪਰ ਉਸ ਖੇਤ ਪ੍ਰਤੀ, ਉਸ ਖੇਤੀ ਪ੍ਰਤੀ, ਉਸ ਜ਼ਿਮੀਂਦਾਰ ਅੰਦਰ ਜਿਹੜੀ ਪ੍ਰੀਤ ਹੁੰਦੀ ਹੈ ਨਾ, ਪ੍ਰੇਮ, ਉਹ ਬੜਾ ਗੂੜਾ ਹੁੰਦਾ। ਇਹ ਗੱਲ ਇੱਕ ਜ਼ਿਮੀਂਦਾਰ ਸਮਝ ਸਕਦਾ ਹੈ। ਮਹਾਰਾਜ ਕਹਿੰਦੇ, ਮੇਰਾ ਖਾਲਸਾ ਪੰਥ ਮੇਰੀ ਖੇਤੀ ਹੈ, ਔਰ ਮੇਰਾ ਖਾਲਸਾ ਪੰਥ ਜੋ ਮੈਨੂੰ ਲਿਆ ਕੇ ਹਾਜ਼ਰ ਕਰਦਾ, ਉਹ ਮੈਂ ਫਿਰ ਖਾਲਸੇ ਵਿੱਚ ਹੀ ਵਰਤਾਉਂਦਾ। ਮੇਰੀਆਂ ਫੌਜਾਂ ਜਿਹੜੀਆਂ ਨੇ, ਗੁਰੂ ਘਰ 'ਚ ਸੇਵਾ ਟਹਿਲ ਕਰਨ ਵਾਲੇ ਨੇ, ਉਹਨਾਂ ਦੇ ਉੱਤੇ ਉਹ ਲੱਗਦਾ। ਯਾਨੀ ਕਿ ਸੰਗਤ ਵੱਲੋਂ ਜਿਹੜੀ ਦਸਵੰਧ ਦੀ ਮਾਇਆ ਆਉਂਦੀ ਹੈ, ਉਹਦੇ ਨਾਲ ਗੁਰੂ ਸਾਹਿਬ ਜੀ ਦੇ ਘਰ ਦੇ ਜਿਹੜੇ ਕਾਰਜ ਨੇ, ਗੁਰੂ ਕਾਲ ਵੇਲੇ ਵੀ ਚੱਲਦੇ ਸਨ। ਅੱਜ ਦਾ ਜਿਹੜਾ ਸਮਾਂ ਹੈ, ਅੱਜ ਵਰਤਮਾਨ ਦੇ ਸਮੇਂ ਵਿੱਚ ਵੀ ਗੁਰੂ ਘਰਾਂ ਦੇ ਜਿਤਨੇ ਕਾਰਜ ਨੇ, ਉਹ ਵੀ ਸੰਗਤ ਦੀ ਦਸਵੰਧ ਦੀ ਮਾਇਆ ਨਾਲ ਹੀ ਚੱਲਣੇ ਹਨ। ਭਾਵੇਂ ਕਿ ਅੱਜ ਦਾ ਜਿਹੜਾ ਹੁਣ ਦਾ ਸਮਾਂ ਹੈ, ਇਹਦੇ ਮੁਤਾਬਕ ਮਹਾਮਾਰੀ ਫੈਲੀ ਹੋਈ ਹੈ, ਸੰਗਤ ਦੀ ਆਮਦ ਗੁਰੂ ਘਰਾਂ ਵਿੱਚ ਘੱਟ ਹੈ, ਪਰ ਖਰਚੇ ਗੁਰੂ ਘਰਾਂ ਦੇ ਉਸੇ ਪ੍ਰਕਾਰ ਨਾਲ ਹਨ। ਇਸ ਕਰਕੇ ਸੰਗਤ ਨੂੰ ਬੇਨਤੀ ਵੀ ਹੈ ਕਿ ਭਾਈ ਜੋ ਸક્ષਮ ਹਨ, ਜੋ ਸક્ષਮ ਹਨ, ਆਪਣੇ ਧਨ ਵਿੱਚੋਂ, ਆਪਣੀ ਕਿਰਤ ਬਿਰਤ ਵਿੱਚੋਂ, ਉਹ ਗੁਰੂ ਪਾਤਸ਼ਾਹ ਜੀ ਦੇ ਨਿਮਿਤ ਤਿਲ ਫੁੱਲ ਜੋ ਉਹਨਾਂ ਦੀ ਭਾਵਨਾ ਹੈ, ਉਹ ਮਹਾਰਾਜ ਜੀ ਦੇ ਘਰ ਵਿੱਚ ਸਤਿਗੁਰਾਂ ਦੇ ਖਜ਼ਾਨੇ 'ਚ ਭੇਜਦਾ ਕਰਨ, ਤਾਂ ਜੋ ਇਹ ਪ੍ਰਬੰਧ ਇਸੇ ਤਰ੍ਹਾਂ ਚੱਲਦੇ ਰਹਿਣ। ਚੱਲਦੇ ਰਹਿਣਗੇ, ਇਹ ਰੁਕ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਇੱਥੇ ਬਰਕਤਾਂ ਹੀ ਬਰਕਤਾਂ ਹਨ, ਪਰ ਸਾਡੀ ਮਾਨਸਿਕ ਬਿਰਤੀ ਹੈ, ਉਹਦੇ ਮੁਤਾਬਕ ਅਸੀਂ ਕਈ ਵਾਰੀ ਸੋਚਦੇ ਹਾਂ, ਹਾਏ ਕੀ ਹੋਵੇਗਾ, ਕੀ ਬਣੇਗਾ। ਖੈਰ, ਤੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਸੰਗਤ ਆਈ ਹੈ। ਕੋਈ ਭੇਟਾਵਾਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ। ਅਧਿਕ ਪੀਰ ਚੋਂ ਦਿਸ਼ ਪਈ, ਨੈ ਪ੍ਰਾਪਤ ਬਾਰੀ। ਕਹਿਣ ਲੱਗੇ, ਇੰਨੀ ਜ਼ਿਆਦਾ ਭੀੜ ਹੋਈ, ਇੰਨਾ ਜ਼ਿਆਦਾ ਇਕੱਠ ਹੋਇਆ ਸੰਗਤ ਦਾ, ਕਿ ਵਾਰੀ ਨਹੀਂ ਆਉਂਦੀ ਦਰਸ਼ਨ ਕਰਨ ਵਾਲਿਆਂ ਦੀ। ਯਾਨੀ ਕਿ ਲੰਮੀਆਂ ਲੈਣਾ, ਕਤਾਰਾਂ ਲੱਗੀਆਂ, ਇੰਨੀਆਂ ਰੌਣਕਾਂ ਮਹਾਰਾਜ ਜੀ ਦੇ ਦਰਬਾਰ ਵਿੱਚ, ਦੂਰ ਦੂਰ ਤੱਕ ਸੰਗਤ ਹੀ ਸੰਗਤ ਦਿਸਦੀ ਹੈ। ਪਰ ਗੁਰਸਿੱਖ ਬੜੇ ਧੀਰਜ ਨਾਲ, ਬੜੇ ਠਰੰਮੇ ਨਾਲ ਲੈਣਾ ਵਿੱਚ ਖੜੇ, ਕਤਾਰਾਂ ਵਿੱਚ ਖੜੇ, ਉਡੀਕਦੇ ਨੇ ਵੀ ਜਦੋਂ ਸਾਡੀ ਵਾਰੀ ਆਏਗੀ, ਅਸੀਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਕਦ ਨਾਨਕ ਆਵੈ ਵਾਰੀ, ਉਹ ਖੇਡ ਵੀ ਜਿਹੜੀ ਹੈ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵਰਤ ਰਹੀ ਹੈ। ਕਰ ਜੋਰੈ ਸਿਰ ਧਰ ਧਰੈ, ਇਕ ਹੋਵੇਂ ਬਲਿਹਾਰੀ। ਆ ਕੇ ਇੱਕ ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਰਹੇ ਨੇ, ਇੱਕ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਰੱਖ ਕੇ ਮੱਥਾ ਟੇਕ ਰਹੇ ਨੇ, ਇੱਕ ਸਾਹਮਣੇ ਖਲੋਤੇ ਨੇ, ਬਸ ਬਲਿਹਾਰ ਹੀ ਜਾ ਰਹੇ ਨੇ, ਵਾਰੇ ਵਾਰੇ ਹੀ ਜਾ ਰਹੇ ਆ ਸਤਿਗੁਰਾਂ ਤੋਂ, ਔਰ ਉਹਨਾਂ ਦੀ ਰਸਨਾ ਤੋਂ ਆਪ ਮੁਹਾਰੇ ਬੋਲ ਨਿਕਲ ਰਹੇ ਨੇ। ਬਲਿਹਾਰੀ ਗੁਰ ਆਪਣ ਦਿਉਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸਤਿਗੁਰਾਂ ਤੋਂ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ, ਕਹਿ ਰਹੇ ਨੇ, ਵਾਰ ਨੈ ਬਲਿਹਾਰ ਨੈ ਲਖ ਬਰੀਆ, ਨਮੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ। ਹਉ ਵਾਰੀ ਵੰਜਾ ਕੋਲੀ ਵੰਜਾ, ਤੂੰ ਪਰਬਤ ਮੇਰਾ ਓਲਾ ਰਾਮ। ਹਉ ਬਲ ਜਾਈ ਲੱਖ 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 ਬਰੀਆ, ਜਿਨ ਭਰਮ ਪਰਦਾ ਖੋਲਾ ਰਾਮ।
ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਬਲਿਹਾਰ ਜਾ ਰਹੇ ਨੇ ਗੁਰਸਿੱਖ, ਸਤਿਗੁਰੂ ਜੀ ਵਾਰੇ ਜਾਈਏ। ਇਹ ਬਲਿਹਾਰ ਸ਼ਬਦ ਜਿਹੜਾ ਨਾ, ਬਲਹਾਰ, ਬੜਾ ਹੀ ਪਿਆਰਾ ਸ਼ਬਦ ਹੈ। ਬਲਹਾਰ, ਸੰਧੀ ਛੇਦ ਕਰਾਂਗੇ ਇਹਨੂੰ, ਬਲਹਾਰ। ਜਿੱਥੇ ਜਾ ਕੇ ਸਾਡੀ ਬੁੱਧੀ ਦਾ ਬਲ ਹਾਰ ਜਾਏ, ਵੀ ਬੁੱਧੀ ਕੰਮ ਹੀ ਨਾ ਕਰੇ ਵੀ ਹੁਣ ਅੱਗੇ ਕੀ ਜਾਣਗੇ ਮਹਾਰਾਜ ਜੀ ਬਾਰੇ। ਜਿੱਥੇ ਬੁੱਧੀ ਦਾ ਬਲ ਹਾਰ ਜਾਏ, ਯਾਨੀ ਕਿ ਇੱਕਦਮ ਅਚੰਭਤ, ਇੱਕਦਮ ਵਿਸਮਾਦ ਵਿੱਚ ਚਲੀ ਜਾਏ ਬੁੱਧੀ, ਉਹਨੂੰ ਕਹਿੰਦੇ ਬਲਿਹਾਰ। ਹਾਂਜੀ। ਅੰਬਰ ਪਸ਼ਮੰਬਰ ਕਨੇ ਪਾਟੰਬਰ ਨਾਨਾ। ਸਤਿਗੁਰਾਂ ਵਾਸਤੇ ਕੋਈ ਬੜੇ ਬੜੇ ਕੀਮਤੀ ਅੰਬਰ, ਅੰਬਰ ਕਹਿੰਦੇ ਵਸਤਰਾਂ ਨੂੰ, ਪਸ਼ਮੰਬਰ ਪਸ਼ਮੀਨੇ ਦੇ ਬਣੇ ਹੋਏ ਸੁੰਦਰ ਵਸਤਰ, ਪਾਟੰਬਰ, ਪਾਟੰਬਰ ਦਾ ਮਤਲਬ ਹੁੰਦਾ ਜਿਹੜੇ ਰੇਸ਼ਮ ਦੇ ਬਣੇ ਹੋਏ ਕੱਪੜੇ ਨੇ, ਬੜੇ ਬੜੇ ਕੀਮਤੀ, ਉਹ ਲਿਆ ਕੇ ਨਾਨਾ ਪ੍ਰਕਾਰ ਦੇ ਭੇਟ ਕਰਦੇ ਨੇ। ਸੈਪ ਸਰੋਈ ਸ਼ਕਤ ਖਰ ਗਨ ਬਾਨ ਕਮਾਨਾ। ਅਨੇਕ ਪ੍ਰਕਾਰ ਦੇ ਸ਼ਸਤਰ, ਜਿਨ੍ਹਾਂ ਚੋਂ ਸੈਫ, ਸਰੋਈਏ, ਤਲਵਾਰਾਂ ਦੀਆਂ ਕਿਸਮਾਂ ਨੇ। ਇਹਨਾਂ ਦੇ ਆਕਾਰ ਮੁਤਾਬਕ, ਰੂਪ ਮੁਤਾਬਕ ਇਹ ਤਲਵਾਰਾਂ ਫਿਰ ਦੇਸ਼ਾਂ ਦੇ ਨਾਲ ਸੰਬੰਧ ਹੋਣ ਕਰਕੇ ਸੈਫ, ਸਰੋਈ। ਸ਼ਕਤ ਦਾ ਮਤਲਬ ਹੁੰਦਾ ਬਰਛੀਆਂ, ਸ਼ਕਤੀ ਵੀ ਕਹਿ ਦਿੰਦੇ ਆ, ਬਰਛੀਆਂ। ਫਿਰ ਜਿਹੜੇ ਤਿੱਖੇ ਤਿੱਖੇ ਤੀਰ ਨੇ, ਕਈ ਪ੍ਰਜਾਤੀਆਂ ਦੇ। ਹਰ ਇਲਾਕੇ ਵਿੱਚ ਜਿਹੜਾ, ਚਾਹੇ ਤੁਸੀਂ ਹਿੰਦੁਸਤਾਨ ਹੀ ਵੇਖ ਲਓ, ਇਹਦੇ ਵਿੱਚ ਵੱਖੋ ਵੱਖਰੇ ਇਲਾਕਿਆਂ ਵਿੱਚ ਵੱਖੋ ਵੱਖਰੇ ਪ੍ਰਕਾਰ ਦੇ ਸ਼ਸਤਰ ਹੁੰਦੇ। ਇੱਧਰ ਨੇਪਾਲ ਵਾਲੇ ਪਾਸੇ ਨੂੰ ਜਾਈਏ, ਉੱਧਰ ਖੋਖਰੀ, ਉਹ ਸ਼ਸਤਰ ਵੱਧ ਵਰਤਿਆ ਜਾਂਦਾ। ਕਈ ਥਾਵਾਂ 'ਤੇ ਤਬਰ ਜਿਹੜਾ ਹੈ ਉਹ ਵਰਤਿਆ ਜਾਂਦਾ ਹੈ। ਹਰ ਪਾਸੇ ਦਾ ਜਿਹੜੀ ਤਲਵਾਰ ਹੈ, ਸ਼ਸਤਰ ਹੈ, ਉਹ ਵੱਖੋ ਵੱਖਰੇ ਢੰਗ ਦੇ ਉਸ ਮੁਤਾਬਕ ਬਣੇ ਹੁੰਦੇ ਹੈ। ਤੋ ਉਹ ਸੈਫ, ਸਰੋਈ, ਇਹਦੇ ਤੋਂ ਇਲਾਵਾ ਹਲੱਬੀ, ਜੁਨੱਬੀ, ਕਈ ਪ੍ਰਕਾਰ ਦੀਆਂ ਜਿਹੜੀਆਂ ਤਲਵਾਰਾਂ ਨੇ, ਉਹ ਸਿੱਖ ਮਹਾਰਾਜ ਜੀ ਕੋਲ ਲਿਆ ਕੇ ਭੇਟ ਕਰਦੇ ਨੇ। ਇਹਦੇ ਤੋਂ ਇਲਾਵਾ ਬੜੇ ਵਧੀਆ ਤਿੱਖੇ ਤੀਰ ਫੁਲਾਦ ਦੇ ਭੇਟ ਕਰਦੇ ਨੇ। ਸਵਰਨ ਕੇ ਭੂਖਨ ਰੁਚਰ ਵਿੱਚ ਜਰੇ ਜਰਾਊ। ਔਰ ਸਵਰਣੀਏ, ਸੋਨਾ ਜਿਨ੍ਹਾਂ ਦੇ ਉੱਤੇ ਜੜਿਆ ਹੋਇਆ, ਜਿਨ੍ਹਾਂ ਵਿੱਚ ਕੀਮਤੀ ਜੜਾਊ ਜੜੇ ਹੋਏ ਨੇ, ਉਹ ਸੋਹਣੇ ਸੋਹਣੇ ਸ਼ਸਤਰ ਲਿਆ ਕੇ ਭੇਟ ਕਰਦੇ ਨੇ। ਸਤਿਗੁਰ ਹਿਤ ਪਹਿਰਾਏ ਬੇ ਆਨੇ ਸਮਦਾਊ। ਔਰ ਸਤਿਗੁਰੂ ਜੀ ਦੇ ਕੋਲ ਲਿਆ ਕੇ ਉਹ ਸੋਹਣੇ ਸ਼ਸਤਰ ਤੇ ਅਸਤਰ ਭੇਟਾ ਕਰਦੇ ਨੇ। ਮਹਾਰਾਜ ਜੀ ਕਈ ਤਲਵਾਰਾਂ ਆਪਣੇ ਗਾਤਰੇ ਪਾ ਕੇ ਵੇਖਦੇ, ਜੋ ਕੇ ਵੇਖਦੇ ਨੇ। ਅਗਰ ਮੇਵਰੋ ਕਰਤ ਹੈ ਸਭ ਹਿਨ ਅਰਦਾਸੇ। ਔਰ ਮੇਵੜੇ ਅਰਦਾਸੀਏ ਸਤਿਗੁਰਾਂ ਦੇ ਸਨਮੁਖ ਖੜੇ ਨੇ, ਆਈ ਹੋਈ ਸੰਗਤ ਦੀਆਂ ਅਰਦਾਸਾਂ ਉਹ ਮਹਾਰਾਜ ਜੀ ਦੇ ਅੱਗੇ ਕਰਦੇ ਹਨ। ਕਮਲ ਬਿਲੋਚਨ ਚਪਲ ਤੇ ਦੇਖਤ ਨਿਜ ਦਾਸੇ। ਕਮਲ ਸਰੀਖੇ ਸੋਹਣੇ ਨੇਤਰਾਂ ਨਾਲ, ਬਾਜਾਂ ਵਾਲੇ ਪ੍ਰੀਤਮ ਜੀ ਸਾਰਿਆਂ ਵੱਲ ਆਪਣੀ ਦ੍ਰਿਸ਼ਟੀ ਕਰਕੇ ਵੇਖਦੇ ਹਨ। ਏਕ ਕਹੇ ਮੁਖ ਕਾਮਨਾ ਇਕ ਉਰ ਮੈਂ ਧਾਰੈ। ਇੱਕ ਆਪਣੇ ਹਿਰਦੇ ਵਿੱਚ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਕਾਮਨਾ ਪ੍ਰਗਟ ਕਰਕੇ ਦੱਸਦੇ, ਮਹਾਰਾਜ ਸਾਡੀ ਇਹ ਕਾਮਨਾ ਹੈ। ਕਿਸੇ ਦੀ ਭਾਵਨਾ ਵੀ ਸਤਿਗੁਰਾਂ ਨੂੰ ਤਾਂ ਦੱਸੀਏ ਵੀ ਜੇ ਉਹ ਨਾ ਜਾਣਦੇ ਹੋਣ। ਕਿਸੇ ਦੀ ਭਾਵਨਾ ਵੀ ਬੋਲ ਕੇ ਦੱਸਣਾ। ਕੋਈ ਕਹਿੰਦਾ ਵੀ ਸਤਿਗੁਰੂ ਜੀ ਤਾਂ ਬਿਨਾਂ ਬੋਲਿਆਂ ਜਾਣਦੇ ਆ। ਤੋ ਇਸ ਪ੍ਰਕਾਰ ਨਾਲ ਕਈ ਬੋਲ ਕੇ ਕਾਮਨਾ ਪ੍ਰਗਟ ਕਰਦੇ ਨੇ, ਕਈ ਮਨ ਵਿੱਚ ਹੀ ਧਾਰਨ ਕਰਦੇ ਹਨ। ਘਟ ਘਟ ਕੇ ਮਾਲਿਕ ਪ੍ਰਭੂ ਸਗਰੀ ਨਿਰਤਾਰੈ। ਜਿਹੜੇ ਮਨ 'ਚ ਹੀ ਰੱਖਦੇ ਨੇ ਉਹ ਕਹਿੰਦੇ ਸਤਿਗੁਰੂ ਜੀ ਤਾਂ ਘਟ ਘਟ ਦੀ ਜਾਣਨ ਵਾਲੇ ਨੇ, ਸਭ ਦਿਆਂ ਦਿਲਾਂ ਦੀਆਂ ਬੁੱਝਣ ਵਾਲੇ ਅੰਤਰਯਾਮੀ ਮਾਲਕ ਹਨ। ਪੁਰਵੇਂ ਕਰਤ ਸੰਭਾਰਨਾ ਨਰ ਲੱਖੋਂ ਕੇਰੀ। ਲੱਖਾਂ ਦੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਹਨ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੀਆਂ ਨੇ, ਸਤਿਗੁਰਾਂ ਦੇ ਮਨ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਹਨ। ਲਗਿਓ ਅੰਬਾਰ ਅਕੋਰ ਕੋ ਗਨ ਮੋਲ ਕਨੇਰੀ। ਭੇਟਾਵਾਂ ਦੇ ਮਹਾਰਾਜ ਜੀ ਦੇ ਕੋਲ
ਗਿਣਤੀ ਕੋਈ ਨਹੀਂ ਵੀ ਢੇਰ ਹੀ ਲੱਗ ਗਏ ਨੇ। ਵੀ ਦੂਰ ਦੂਰ ਤੱਕ ਵੇਖੀਏ ਸੰਗਤ ਖੜੀ ਹੈ, ਭੇਟਾਵਾਂ ਦੇ ਅੰਬਾਰ ਲੱਗੇ ਹੋਏ ਨੇ ਔਰ ਪਾਤਸ਼ਾਹ ਜੀ ਸਾਰਿਆਂ ਨੂੰ ਦਰਸ਼ਨ ਦੇ ਰਹੇ ਨੇ। ਜਿਹੜੀਆਂ ਭੇਟਾਵਾਂ ਆਈਆਂ ਨੇ ਉਹ ਬੜੀਆਂ ਬਹੁਮੁੱਲੀਆਂ ਹਨ। ਭਇਓ ਦਰਬ ਗੁਰ ਅਗਰ ਬਹੁ ਆਯੁਧ ਅਰ ਚੀਰੰ। ਬੇਅੰਤੀ ਮਾਇਆ ਦੇ ਗੱਫੇ ਸੰਗਤ ਨੇ ਭੇਟਾ ਕੀਤੇ ਨੇ, ਉਹਦੇ ਢੇਰ ਲੱਗੇ ਹੋਏ ਨੇ। ਵਸਤਰਾਂ ਦੇ ਢੇਰ ਲੱਗੇ ਹੋਏ ਨੇ, ਸ਼ਸਤਰਾਂ ਦੇ ਢੇਰ ਲੱਗੇ ਹੋਏ ਨੇ, ਹੋਰ ਅਨੇਕਾਂ ਪ੍ਰਕਾਰ ਦੀਆਂ। ਕੋਈ ਮਠਿਆਈਆਂ ਲੈ ਕੇ ਆਇਓ, ਮਠਿਆਈਆਂ ਦੇ ਢੇਰ ਲੱਗੇ ਹੋਏ ਨੇ। ਤੋ ਕਹਿੰਦੇ ਕੀ ਗਿਣਤੀ ਕਰੀਏ, ਸਤਿਗੁਰਾਂ ਦੇ ਚਰਨਾਂ ਵਿੱਚ ਕਿੰਨੀਆਂ ਸੰਗਤਾਂ ਨੇ ਆਪਣੀ ਭਾਵਨਾ ਮੁਤਾਬਕ ਆਪਣਾ ਪ੍ਰੇਮ ਗੁਰੂ ਚਰਨਾਂ 'ਚ ਪ੍ਰਗਟ ਕੀਤਾ। ਧਰ ਧਰ ਇਕ ਟਕ ਦਰਸ਼ ਤੇ ਚੌਂ ਦਿਸ਼ ਬਹੁ ਭੀਰੰਗ। ਇੱਕ ਟਕੀ ਲਾ ਕੇ ਸਿੱਖ ਦਰਸ਼ਨ ਕਰਦੇ ਨੇ। ਚਾਰੇ ਪਾਸੇ ਮਹਾਰਾਜ ਜੀ ਦੇ ਸੰਗਤ ਦਾ ਇਕੱਠ ਹੈ। ਤਰਨ ਅਵਸਥਾ ਤਨ ਦੀਪੇ ਸੁੰਦਰਤਾ ਤਾਰੇ। ਜਵਾਨੀ ਦੀ ਅਵਸਥਾ ਹੈ ਕਲਗੀਧਰ ਦੇ ਤਨ ਤੇ। 23 ਕੁ ਸਾਲਾਂ ਦੀ ਉਮਰ ਹੈ ਮਹਾਰਾਜ ਜੀ ਦੇ ਸਰੀਰ ਦੀ ਇਸ ਵੇਲੇ। ਤੋ ਬੜੀ ਭਰ ਜਵਾਨੀ ਦੀ ਸੁੰਦਰਤਾ ਮਹਾਰਾਜ ਜੀ ਦੇ ਤਨ ਤੇ ਜਿਹੜਾ ਜੋਬਨ ਹੈ ਉਹ ਬੜਾ ਪਿਆਰਾ ਹੋ ਕੇ ਸੋਭਨੀਕ ਹੋ ਰਿਹਾ ਹੈ। ਕੋ ਕਵੀ ਉਪਮਾ ਕਹਿ ਸਕੈ ਨੈ ਪਾਵਤ ਪਾਰੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵੀ ਦੇ ਕੋਲ ਨਾ ਬੜੀ ਵੱਡੀ ਉਡਾਰੀ ਹੁੰਦੀ ਹੈ। ਕਵੀ ਆਤੁਕਤੀ ਅਲੰਕਾਰ ਦੀ ਵਰਤੋਂ ਵੀ ਕਰ ਲੈਂਦੇ ਹੈ। ਬੜੀ ਦੂਰ ਤੱਕ ਉਹਦੀ ਕੋਲ ਪਹੁੰਚ ਹੁੰਦੀ। ਉਹ ਕਵੀ ਨਾ ਕਿਸੇ ਸੀਮਾ ਦੇ ਦਾਇਰੇ ਵਿੱਚ ਵੱਧ ਨਹੀਂ ਹੁੰਦਾ ਵੀ ਉਹਨੇ ਇੰਨਾ ਕੀ ਕਹਿਣਾ। ਉਹ ਕੁਝ ਵੀ ਕਹਿ ਸਕਦਾ, ਕਿਤੇ ਦੂਰ ਤੱਕ ਕਹਿ ਸਕਦਾ। ਪਰ ਭਾਈ ਸਾਹਿਬ ਇੱਥੇ ਬੜੇ ਸਪਸ਼ਟ ਲਫ਼ਜ਼ਾਂ 'ਚ ਕਹਿ ਰਹੇ ਨੇ। ਕਹਿੰਦੇ ਕਲਗੀਧਰ ਦੀ ਜਿਹੜੀ ਸੁੰਦਰਤਾ ਉਹਨਾਂ ਦਾ ਸਰੂਪ ਹੈ, ਉਹਨਾਂ ਦੀ ਭਰ ਜਵਾਨੀ ਦੀ ਅਵਸਥਾ ਵਿੱਚ ਜੋ ਉਹਨਾਂ ਦੇ ਉੱਤੇ ਇਸ ਵੇਲੇ ਕ੍ਰਾਂਤੀ ਮੈਨੂੰ ਦਿਸ ਰਹੀ ਹੈ। ਭਾਈ ਸਾਹਿਬ ਕਹਿੰਦੇ ਮੈਂ ਤਾਂ ਕੀ ਹਾਂ, ਦੁਨੀਆ ਵਿੱਚ ਪੂਰੇ ਵਿਸ਼ਵ ਭਰ ਵਿੱਚ ਐਸਾ ਕੋਈ ਕਵੀ ਨਹੀਂ ਜਿਹੜਾ ਕਲਗੀਧਰ ਦੇ ਇਸ ਸਰੂਪ ਨੂੰ ਆਪਣੇ ਛੰਦਾਂ ਵਿੱਚ ਆਪਣਿਆਂ ਸ਼ਬਦਾਂ 'ਚ ਵਰਣਨ ਕਰਕੇ ਕਹਿ ਸਕੇ। ਕੋਈ ਕਵੀ ਨਹੀਂ। ਕੀ ਉਪਮਾ ਦੇਈਏ। ਆਖਰਕਾਰ ਕਵੀ ਦੀ ਵੀ ਤਾਂ ਇੱਕ ਸੁਰਤ ਹੁੰਦੀ। ਉਹ ਕਿੰਨੀ ਕੁ ਅੱਗੇ ਜਾਏਗੀ, ਕਿੰਨੀ ਕੁ ਦੂਰ ਤੱਕ ਪਹੁੰਚੇਗੀ, ਕਿੰਨੀ ਕੁ ਉਡਾਰੀ ਮਾਰੇਗਾ ਕਵੀ। ਹਾਲਾਂਕਿ ਬੜੀ ਵੱਡੀ ਉਡਾਰੀ ਹੁੰਦੀ, ਪਰ ਕਿੰਨਾ ਕੁ ਅੱਗੇ ਪਹੁੰਚੇਗਾ, ਅੰਤ ਨਹੀਂ ਹੈ। ਗੁਰੂ ਸਾਹਿਬ ਦਾ ਸਵਰੂਪ ਇਤਨਾ ਸੁੰਦਰ ਹੈ, ਪਾਤਸ਼ਾਹ ਦਾ ਸਰੀਰ ਇਤਨਾ ਤੇਜਸਵੀ ਹੈ ਕਿ ਕੋਈ ਕਵੀ ਉਹਦੀ ਉਪਮਾ ਵਰਣਨ ਕਰਕੇ ਸੰਪੂਰਨ ਸ਼ਬਦਾਂ ਵਿੱਚ ਨਹੀਂ ਕਹਿ ਸਕਦਾ, ਨਹੀਂ ਦੱਸ ਸਕਦਾ। ਨਰ ਨਾਰੀ ਬਿਸਮੇ ਰਹਿਤ ਨੈ ਲੋਚਨ ਫੇਰੈ। ਕਹਿੰਦੇ ਜਿਤਨੇ ਨਰ ਨਾਰੀਆਂ ਉੱਥੇ ਖੜੇ ਨੇ ਸਭ ਵਿਸਮਾਦ ਵਿੱਚ ਨੇ। ਇੱਕ ਐਸੀ ਅਵਸਥਾ ਹੈ ਜਿਸ ਨੂੰ ਆਪਾਂ ਗੁਰਬਾਣੀ ਦੁਆਰਾ ਸਮਝੀਏ ਤੇ ਸਮਝ ਆਉਂਦੀ ਅਸਚਰਜ ਅਵਸਥਾ, ਜਿਹਨੂੰ ਮੇਰੇ ਪਾਤਸ਼ਾਹ ਨੇ ਵਿਸਮਾਦ ਵੀ ਕਿਹਾ। ਵਿਸਮਾਦ ਉਰੇ ਵਿਸਮਾਦ ਦੀ ਇੱਕ ਅਵਸਥਾ ਹੈ ਜਿੱਥੇ ਜਾ ਕੇ ਸਭ ਵਿਸਮਾਦਮਈ ਹੋ ਜਾਂਦਾ। ਬਿਸਮ ਪੇਖੈ ਬਿਸਮ ਸੁਣੀਐ ਵਿਸਮਾਦ ਨਦਰੀ ਆਇਆ। ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ। ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੈ। ਇੱਕ ਐਸੀ ਖੇਡ ਹੈ ਜਿੱਥੇ ਜਾ ਕੇ ਸੁਰਤ ਵਿਸਮਾਦ ਵਿੱਚ ਚਲੀ ਜਾਂਦੀ। ਕੁਝ ਵਰਣਨ ਹੋ ਹੀ ਨਹੀਂ ਸਕਦਾ, ਕੁਝ ਕਹਿ ਹੀ ਨਹੀਂ ਸਕਦੇ। ਜਿੰਨੇ ਵੀ ਇੱਥੇ ਸਿੱਖ ਤੇ ਮਾਈ ਭਾਈ ਖੜੇ ਨੇ ਕਲਗੀਧਰ ਦੇ ਦਰਬਾਰ 'ਚ, ਜਿਹੜੇ ਸਤਿਗੁਰਾਂ ਦੇ ਦਰਸ਼ ਸਭ ਵਿਸਮਾਦ ਵਿੱਚ ਨੇ। ਵਿਸਮਾਦ ਐਸਾ ਕਿ ਜਿਵੇਂ ਸਭ ਦੇ ਮਨ ਰੁਕ ਗਏ ਨੇ, ਠਹਿਰ ਗਏ ਨੇ, ਉੱਥੇ ਹੀ ਰੁਕ ਗਏ ਨੇ। ਇੱਕਦਮ ਅਦਭੁਤ ਰਸ ਜਿਸ ਨੂੰ ਕਹਿੰਦੇ ਨੇ ਉਹਦੇ 'ਚ ਸੁਰਤ ਚਲੀ ਗਈ। ਅਸਚਰਜ ਵਿਸਮਾਦ। ਔਰ ਜਦੋਂ ਇਹੋ ਜਿਹੇ ਅਦਭੁਤ ਸਰੂਪ ਦੇ ਵਿੱਚ ਸੁਰਤ ਚਲੀ ਜਾਵੇ ਤੇ ਉੱਥੇ ਜਾ ਕੇ ਰਸਨਾ ਤੋਂ ਨਿਕਲਦਾ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਗੁਰੂ
ਤੂੰ ਅਸਚਰਜ ਹੈ, ਵਾਹ ਹੈ। ਜਿਸ ਤੋਂ ਪਰੇ ਸ਼ਾਇਦ ਕੋਈ ਸ਼ਬਦ ਹੀ ਨਾ ਰਿਹਾ ਹੋਵੇ। ਬਸ ਇੱਥੇ ਤੱਕ, ਜਿੱਥੇ ਸਾਰੇ ਸ਼ਬਦ ਸੰਕੁਚਿਤ ਹੋ ਜਾਂਦੇ ਨੇ, ਕਿਉਂਕਿ ਜਿੱਥੇ ਬੁੱਧੀ ਕੰਮ ਕਰੇਗੀ ਉੱਥੇ ਸ਼ਬਦ ਚੱਲਣਗੇ ਨਾ। ਜਿੱਥੇ ਬੁੱਧੀ ਕੰਮ ਹੀ ਨਾ ਕਰੇ, ਮਨ ਉਰੇ ਹੀ ਰਹਿ ਜਾਏ, ਔਰ ਇੱਕੋ ਸ਼ਬਦ ਨਿਕਲੇ, ਵਾਹ ਗੁਰੂ, ਹੋਰ ਕੋਈ ਸ਼ਬਦ ਹੀ ਨਹੀਂ ਉੱਥੇ। ਅਸਚਰਜ, ਵਿਸਮਾਦ। ਜਿਤਨੇ ਵੀ ਉੱਥੇ ਮਾਈ ਭਾਈ ਖੜੇ ਨੇ ਸਭ ਐਸੇ ਰਸ ਵਿੱਚ ਨੇ। ਕਲਗੀਧਰ ਦਾ ਦਰਸ਼ਨ ਕਰਕੇ, ਮਹਾਰਾਜ ਜੀ ਦੇ ਸਰੂਪ ਨੂੰ ਵੇਖ ਕੇ ਸਭ ਅਸਚਰਜ ਨੇ। ਉਸ ਵਿਸਮਾਦਮਈ ਆਨੰਦ ਵਿੱਚ ਸਭ ਦੀ ਸੁਰਤ ਟਿਕੀ ਹੋਈ ਹੈ। ਬਦਨ ਪ੍ਰਫੁੱਲਿਤ ਕਮਲ ਪਰ ਅਲ ਭ੍ਰਮੈ ਕਨੇਰੇ। ਪਾਤਸ਼ਾਹ ਦੇ ਜਿਹੜੇ ਕੇਸ ਨੇ, ਕਾਲੇ ਰੰਗ ਦਾ ਦਾੜਾ, ਤੇ ਆ ਕੰਨਾਂ ਦੇ ਕੋਲ ਨਾ ਕੇਸ ਜਿਹੜੇ ਦਸਤਾਰ ਵਿੱਚੋਂ ਬਾਹਰ ਨਿਕਲੇ ਹੋਏ, ਇਹਨਾਂ ਦੀ ਕੁੰਡਲੀਆਂ ਜੀਆਂ ਬਣੀਆਂ ਹੋਈਆਂ। ਭਾਈ ਸਾਹਿਬ ਕਹਿੰਦੇ ਮੈਨੂੰ ਉਹ ਕੇਸ ਵੇਖ ਕੇ ਇਦਾਂ ਪ੍ਰਤੀਤ ਹੁੰਦਾ ਹੈ, ਚਿਹਰਾ ਗੁਰਦੇਵ ਦਾ ਗੋਰਾ ਚਿੱਟਾ ਰੰਗ ਹੈ, ਵੀ ਉਹ ਕਮਲ ਦਾ ਫੁੱਲ ਹੋਵੇ, ਤੇ ਜਿਹੜੇ ਉੱਤੇ ਕਾਲੇ ਰੰਗ ਦੇ ਕੇਸ ਨੇ ਨਾ, ਉਹ ਮਾਨੋ ਉਸ ਚਿੱਟੇ ਰੰਗ ਦੇ ਕਮਲ ਦੇ ਫੁੱਲ ਦੇ ਉੱਤੇ ਭੌਰੇ ਜਿਹੜੇ ਨੇ ਉਹ ਮੰਡਰਾ ਰਹੇ ਨੇ। ਕੈਸਾ ਸੁੰਦਰ ਅਲੰਕਾਰ, ਕਾਲੇ ਰੰਗ ਦਾ। 23 ਸਾਲ ਦੀ ਉਮਰ ਹੈ, ਦਾੜਾ ਬਿਲਕੁਲ ਕਾਲਾ, ਔਰ ਪਾਤਸ਼ਾਹ ਦਾ ਚਿਹਰਾ ਜਿਹੜਾ ਉਹ ਕਮਲ ਦੇ ਫੁੱਲ ਵਾਂਗੂ ਚਿੱਟਾ ਹੈ, ਔਰ ਦਾੜਾ ਕਾਲਾ। ਉੱਤੇ ਇਦਾਂ ਪ੍ਰਤੀਤ ਹੁੰਦਾ ਹੈ ਜਿਵੇਂ ਨਿੱਕੇ ਨਿੱਕੇ ਭੌਰੇ ਉਸ ਕਮਲ ਦੇ ਫੁੱਲ ਤੇ ਮੰਡਰਾ ਕੇ ਮਹਾਰਾਜ ਜੀ ਦੇ ਚਿਹਰੇ ਰੂਪੀ, ਕਮਲ ਰੂਪੀ ਚਿਹਰੇ ਦੇ ਉਸ ਰਸ ਨੂੰ ਮਾਣ ਰਹੇ ਹਨ। ਵਿਸਤ੍ਰਿਤ ਪੰਕਜ ਪਤਰ ਸਮ ਆਰੁਨਤਾ ਡੋਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਅੱਖਾਂ ਨੇ, ਨੇਤਰ ਨੇ, ਕਹਿੰਦੇ ਕਮਲ ਦੀਆਂ ਜਿਹੜੀਆਂ ਪੰਖੜੀਆਂ ਹੁੰਦੀਆਂ ਨੇ ਨਾ, ਉਹਨਾਂ ਵਾਂਗੂ ਖਿੜੀਆਂ ਹੋਈਆਂ। ਤੇ ਮੇਰੇ ਪਾਤਸ਼ਾਹ ਦੇ ਨੇਤਰਾਂ ਵਿੱਚ ਆਰੁਣਤਾ ਹੈ। ਆਰੁਣਤਾ ਕਹਿੰਦੇ ਨੇ ਲਾਲੀ ਨੂੰ। ਮੇਰੇ ਪਾਤਸ਼ਾਹ ਦੇ ਜਿਹੜੇ ਵਿੱਚ ਨੇਤਰ ਨੇ ਨਾ, ਉਹ ਲਾਲ ਹਨ, ਬੜੇ ਹੀ ਸੁੰਦਰ ਹਨ। ਚਪਲ ਬਿਲੋਚਨ ਚਤੁਰਤਾ ਚਿਤਵਤ ਚਿਤ ਚੋਰੇ। ਸਤਿਗੁਰਾਂ ਦੇ ਨੇਤਰਾਂ ਵਿੱਚ ਚੰਚਲਤਾ ਹੈ ਬੜੀ। ਚੰਚਲਤਾ ਦਾ ਮਤਲਬ ਹੈ ਵੀ ਇਹਨੇ ਤਿੱਖੇ ਨੇ, ਵੀ ਜਿਸ ਵੱਲ ਵੀ ਵੇਖਦੇ ਨੇ ਉਹਦਾ ਚਿੱਤ ਚੁਰਾ ਲੈਂਦੇ ਹਨ। ਸਤਿਗੁਰੂ ਜੀ ਦਾ ਇੱਕ ਨਾਂ ਕਹਿ ਸਕਦੇ ਆ, ਚਿੱਤ ਚੋਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਲਗੀਧਰ ਦੇ ਬੇਅੰਤ ਨਾਮਾਂ ਚੋਂ ਇੱਕ ਨਾਂ ਭਾਈ ਸਾਹਿਬ ਇੱਥੇ ਅੰਕਿਤ ਕਰ ਰਹੇ ਨੇ, ਚਿੱਤ ਚੋਰ। ਸਤਿਗੁਰੂ ਚਿੱਤ ਚੁਰਾ ਲੈਂਦੇ ਆ ਜਦੋਂ ਵੇਖਦੇ ਨੇ ਨਾ ਕਿਸੇ ਵੱਲ, ਬਸ ਉਹਦਾ ਚਿੱਤ ਚੁਰਾ ਲੈਂਦੇ ਹਨ। ਜਿਵੇਂ ਕਲਗੀਧਰ ਦੇ ਬੋਲ ਨੇ ਰਾਮਾਵਤਾਰ ਦੇ ਵਿੱਚ, ਮਹਾਰਾਜ ਜੀ ਲਿਖਦੇ ਹੈ, ਜਿਨ ਦਿਲ ਹਰਾ ਹਮਾਰਾ ਵੋ ਗੁਲ ਚਹਿਰ ਕਹਾਂ ਹੈ। ਜਿਨ ਦਿਲ ਹਰਾ ਹਮਾਰਾ ਵੋ ਗੁਲ ਚਹਿਰ ਕਹਾਂ ਹੈ। ਇਹੋ ਜਿਹੇ ਸੁੰਦਰ ਨੇਤਰ ਮਹਾਰਾਜ ਜੀ ਦੇ ਵੀ, ਜਿਹਦੇ ਵੱਲ ਵੇਖਦੇ ਨੇ ਨਾ, ਬਸ ਉਹਦਾ ਮਨ ਹਰ ਲੈਂਦੇ ਆ। ਤੇ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਦੇ ਨਾਲ ਨੇਤਰਾਂ ਦਾ ਵਰਣਨ ਕਰਦਿਆਂ ਕਹਿੰਦੇ ਆ, ਜਦੋਂ ਮਹਾਰਾਜ ਜੀ ਸ਼ਬਦ ਉਚਾਰਦੇ ਆ, ਤੇਰੇ ਮੁੰਦ ਕਟਾਰੇ ਜੇ ਵਡਾ, ਤਿਨ ਲੋਭੀ ਲੋਭ ਲੋਭਾਇਆ, ਤੇਰੇ ਮੁੰਦ ਕਟਾਰੇ ਜੇ ਵਡਾ, ਤਿਨ ਲੋਭੀ ਲੋਭ ਲੋਭਾਇਆ। ਬੜਾ ਪਿਆਰਾ ਸ਼ਬਦ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇ ਵਡਾ, ਤਿਨ ਲੋਭੀ ਲੋਭ ਲੋਭਾਇਆ। ਤੇਰੇ ਦਰਸ਼ਨ ਬਿਟੋਂ ਖੰਨੀਆਂ ਵੰਝਾਂ, ਨਾਮ ਬਿਟੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਝ ਬਿਨ ਕਿਹਾ ਮੇਰਾ ਮਾਣੋ। ਚੂੜਾ ਭੰਨ ਪਲੰਗ ਸਮੁੰਧੇ, ਸਣ ਬਾਹੀਂ ਸਣ ਬਾਹਾ। ਜਦੋਂ ਕਹਿੰਦੇ ਤੇਰੇ ਮੁੰਦ ਕਟਾਰੇ, ਮੁੰਦ ਕਹਿੰਦੇ ਨੇਤਰਾਂ ਨੂੰ। ਹੇ ਵਾਹਿਗੁਰੂ, ਤੇਰੇ ਨੇਤਰ ਜਿਵੇਂ ਤਿੱਖੀ ਕਟਾਰ ਹੁੰਦੀ ਹੈ ਨਾ, ਉੱਦਾਂ ਦੇ ਨੇ। ਤੇਰੇ ਮੁੰਦ ਕਟਾਰੇ, ਕਟਾਰ ਵਾਂਗੂ ਤਿੱਖੇ,
ਬੜੀ ਕਲਗੀਧਰ ਜੀ ਦੀ ਜਿਹੜੀ ਤੱਕਣੀ ਬੜੀ ਤਿੱਖੀ, ਨੇਤਰ ਬੜੇ ਤਿੱਖੇ ਨੇ ਮਹਾਰਾਜ ਜੀ ਦੇ। ਕਹਿੰਦੇ ਜਦੋਂ ਮੇਰੇ ਵੱਲ ਵੇਖਦੇ ਨੇ ਕਲਗੀਧਰ ਪਾਤਸ਼ਾਹ, ਤੇ ਮੇਰਾ ਮਨ ਲੋਭੀ ਹੋ ਜਾਂਦਾ ਹੈ, ਇੰਨਾ ਲੋਭੀ ਵੀ ਉਹ ਲੁਭਾਏਮਾਨ ਹੋਇਆ ਸੋਚਦਾ ਵੀ ਬਸ ਵੇਖੀ ਜਾਵਾਂ ਮਹਾਰਾਜ ਜੀ ਦੇ ਸਰੂਪ ਨੂੰ, ਵੇਖੀ ਜਾਵਾਂ, ਵੇਖੀ ਜਾਵਾਂ, ਤੱਕੀ ਜਾਵਾਂ। ਕਲਗੀਆਂ ਵਾਲੇ ਪਾਤਸ਼ਾਹ ਦੇ ਨੇਤਰ ਐਸੇ ਸੁੰਦਰ ਅਰਵਿੰਦ ਕਮਲ ਦੇ ਫੁੱਲ ਸਮਾਨ, ਚਿੱਤ ਚੋਰ ਨੇ, ਜਿਸ ਵੱਲ ਵੀ ਤੱਕਦੇ ਨੇ ਆਪਣੀ ਐਸੀ ਦ੍ਰਿਸ਼ਟੀ ਨਾਲ ਉਹਦਾ ਮਨ ਹਰ ਲੈਂਦੇ ਨੇ, ਚਿੱਤ ਚੁਰਾ ਲੈਂਦੇ ਹਨ। ਲਾਜ ਜਹਾਜ ਬਿਰਾਜ ਤੇ ਕਰੁਣਾ ਰਸ ਸਾਨੇ। ਕਹਿੰਦੇ ਨੇਤਰ ਚੰਚਲ ਜ਼ਰੂਰ ਨੇ, ਤਿੱਖੀਆਂ ਨਿਗਾਹਾਂ ਨੇ ਮੇਰੇ ਸਾਹਿਬ ਦੀਆਂ, ਪਰ ਨੇਤਰਾਂ ਵਿੱਚ ਲਾਜ ਵੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨੇਤਰਾਂ 'ਚ ਲਾਜ ਵੀ ਹੈ। ਲਾਜ ਕੀ ਹੈ? ਮੇਰੀ ਸ਼ਰਨ 'ਚ ਆਏ ਨੇ, ਇਹ ਸਾਰੇ ਮੇਰੀ ਪਨਾਹ ਵਿੱਚ ਆਏ ਨੇ, ਸਭ ਦੀ ਲਾਜ ਹੈ। ਆਮ ਕਰਕੇ ਦੁਨੀਆ ਦੇ ਲੋਕਾਂ ਦੀਆਂ ਅੱਖਾਂ ਸੁੰਦਰ ਹੋਣਗੀਆਂ, ਪਰ ਉਹਨਾਂ ਦੀ ਸੁੰਦਰਤਾ ਕੇਵਲ ਬਾਹਰ ਦੀ ਹੈ, ਉਹਨਾਂ ਨੇਤਰਾਂ 'ਚ ਲਾਜ ਨਹੀਂ ਹੁੰਦੀ। ਕੋਈ ਉਹਦੇ ਕੋਲ ਆਵੇ ਨਾ ਆਵੇ, ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਕੀ ਜਾਣਦੇ ਆ ਮੇਰੇ ਪਾਤਸ਼ਾਹ ਨੇਤਰਾਂ ਵਿੱਚ ਸਤਿਗੁਰਾਂ ਦੇ ਲਾਜ ਹੈ। ਲਾਜ ਹੀ ਨਹੀਂ, ਬਕਾਇਦਾ ਉਹਨਾਂ ਨੇਤਰਾਂ ਵਿੱਚ ਕਰੁਣਾ ਦਾ ਰਸ ਹੈ। ਭਾਈ ਸਾਹਿਬ ਕਹਿੰਦੇ ਕਲਗੀਧਰ ਦੇ ਨੇਤਰਾਂ 'ਚ ਕਰੁਣਾ ਰਸ ਹੈ, ਔਰ ਲਾਜ ਨਾਲ ਭਰੇ ਹੋਏ ਨੇ ਨੇਤਰ ਮਹਾਰਾਜ ਜੀ ਦੇ। ਇਸੇ ਕਰਕੇ ਸਿੰਘ ਬੋਲਾ ਬੋਲਦੇ ਨੇ ਨਾ, ਕਲਗੀਆਂ ਵਾਲਿਆ ਪਾਤਸ਼ਾਹ ਨਾ ਕਰੀ ਕਿਸੇ ਦਾ ਮੁਥਾਜ, ਜੇ ਕਰੀ ਕਿਸੇ ਦਾ ਮੁਥਾਜ ਉਹਦੇ ਨੇਤਰਾਂ 'ਚ ਹੋਵੇ ਲਾਜ। ਯਾਨੀ ਕਿ ਮੁਥਾਜ ਆਪਣਾ ਹੀ ਕਰੀ ਮਹਾਰਾਜ। ਸਤਿਗੁਰਾਂ ਦੇ ਨੇਤਰਾਂ ਵਿੱਚ ਲਾਜ ਹੈ। ਉਹ ਵੇਖਦੇ ਆ ਮੇਰੀ ਪਨਾਹ 'ਚ ਆਇਆ, ਇਹਨੂੰ ਮੇਰੀ ਟੇਕ ਹੈ, ਮੇਰੇ ਬਿਨਾਂ ਕਿੱਥੇ ਜਾਵੇ, ਇਹਦਾ ਕੌਣ ਹੈ ਮੇਰੇ ਬਿਨਾਂ। ਪਰ ਜਿਹੜਾ ਆਇਆ ਉਹ ਵੀ ਆਖੇ ਨਾ ਮਹਾਰਾਜ ਕੌਣ ਹੈ ਮੇਰਾ ਤੁਹਾਡੇ ਬਿਨਾਂ। ਤੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਫਿਰ ਉਹਦੇ ਵਾਸਤੇ ਇਹੀ ਨੇਤਰਾਂ 'ਚ ਲਾਜ ਰੱਖ ਕੇ ਵੇਖਦੇ ਆ, ਇਹਦਾ ਮੇਰੇ ਬਿਨਾਂ ਕੌਣ ਹੈ ਭਲਾ, ਇਹਦਾ ਮੈਂ ਹੀ ਤਾਂ ਆਸਰਾ ਹਾਂ। ਐਸੇ ਨੇਤਰ ਜਿਨ੍ਹਾਂ ਵਿੱਚ ਲਾਜ ਵੀ ਹੈ ਔਰ ਕਰੁਣਾ ਵੀ ਭਰੀ ਹੋਈ ਹੈ। ਪੈਨੀ ਅਨੀ ਕਟਾਰ ਸੇ ਚੱਖ ਸਮ ਪਲਟਾਨੇ। ਭਾਈ ਸਾਹਿਬ ਵੀ ਉਹੀ ਸ਼ਬਦ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਕਹੇ, ਦੀ ਵਿਆਖਿਆ ਹੀ ਹੋ ਰਹੀ ਹੈ। ਕਹਿੰਦੇ ਜਿਵੇਂ ਤਿੱਖੀ ਕਟਾਰ ਹੁੰਦੀ ਹੈ ਨਾ, ਪੈਨੀ ਤਿੱਖੀ ਕਟਾਰ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਦੋ ਮੱਛ ਨਹੀਂ ਪਾਣੀ ਦੇ ਵਿੱਚ ਇੱਦਾਂ ਉਛਲਦੇ, ਦੋ ਮੱਛ। ਮਹਾਰਾਜ ਜੀ ਦੀਆਂ ਅੱਖਾਂ ਜਿਹੜੀਆਂ ਨੇ ਉਹ ਦੋ ਮੱਛਾਂ ਦੇ ਸਮਾਨ ਨੇ, ਔਰ ਸੱਜੇ ਖੱਬੇ ਜਦੋਂ ਵੇਖਦੇ ਨੇ ਮਹਾਰਾਜ, ਉਹ ਕਹਿੰਦੇ ਇੱਦਾਂ ਜਾਪਦਾ ਵੀ ਜਿਵੇਂ ਕਿਸੇ ਸਰੋਵਰ ਵਿੱਚ ਉਹ ਦੋ ਮੱਛ ਉਲਟਦੇ ਨੇ। ਯਾਨੀ ਕਿ ਉਹ ਨੇਤਰ ਜਦੋਂ ਕਦੇ ਸੱਜੇ ਵੇਖਦੇ ਕਲਗੀਧਰ, ਕਦੇ ਖੱਬੇ, ਕਦੇ ਸਾਹਮਣੇ, ਸਭ ਵੱਲ ਵੇਖਦੇ ਨੇ, ਤੇ ਕਹਿੰਦੇ ਐਸੇ ਸੁੰਦਰ ਪ੍ਰਤੀਤ ਹੁੰਦੇ ਨੇ। ਜਰੇ ਜਵਾਹਰ ਜਿਗਾ ਮੈਂ ਜ਼ਾਹਿਰ ਚਮਕੰਤੇ। ਮਹਾਰਾਜ ਜੀ ਦੇ ਦਸਤਾਰੇ ਵਿੱਚ ਬੜੀ ਸੁੰਦਰ ਜਗ੍ਹਾ ਹੈ, ਔਰ ਉਸ ਜਗ੍ਹਾ ਵਿੱਚ ਕੀਮਤੀ ਹੀਰੇ, ਨਾਗ, ਲਾਲ ਪੰਨੇ ਉਹ ਜੜੇ ਹੋਏ ਨੇ, ਬੜੀ ਸੋਭਾ ਪਾ ਰਹੇ, ਪ੍ਰਕਾਸ਼ਿਤ ਹੋ ਰਹੇ ਨੇ। ਕਲਗੀ ਝੂਲਤ ਡੋਲਤੇ ਮੁਕਤਾ ਲਰਕੰਤੇ। ਗੁਰਦੇਵ ਦੇ ਸੀਸ ਉੱਤੇ ਉੱਚੀ ਕਲਗੀ ਬੜੀ ਸੁੰਦਰ ਸ਼ੋਭਨੀਕ ਹੁੰਦੀ ਹੈ, ਉਹਦੇ ਵਿੱਚ ਬੜੇ ਸੁੰਦਰ ਕੀਮਤੀ ਮੋਤੀਆਂ ਦੇ ਗੁੱਛੇ ਲਟਕਦੇ ਹਨ। ਜਦੋਂ ਬੋਲਦੇ ਨੇ ਨਾ ਮਹਾਰਾਜ ਜੀ, ਸੱਜੇ ਖੱਬੇ ਵੇਖਦੇ ਨੇ, ਤੇ ਉਹ ਜਿਹੜੇ ਗੁੱਛੇ ਨੂੰ ਕਦੇ ਸੱਜੇ ਖੱਬੇ ਇੱਦਾਂ ਹਿੱਲਦੇ। ਇਹ ਨਹੀਂ ਬਰੀਕੀ ਭਾਈ ਸਾਹਿਬ ਜੀ, ਇੱਕ ਇੱਕ ਚੀਜ਼ ਉਹਨਾਂ ਨੂੰ ਦਿਸ ਰਹੀ, ਜਿਵੇਂ ਉਹਨਾਂ ਨੂੰ ਦਿਸ ਰਹੀ ਤਿਵੇਂ ਸਾਨੂੰ ਦਸਾ ਰਹੇ ਨੇ, ਜਿਵੇਂ ਉਹਨਾਂ ਨੂੰ ਦਰਸ਼ਨ ਹੋ ਰਹੇ ਨੇ ਤਿਵੇਂ ਸਾਨੂੰ ਕਰਾ ਰਹੇ ਨੇ। ਕਹਿੰਦੇ ਕਲਗੀਧਰ ਦੇ ਸੀਸ ਉੱਤੇ ਕਲਗੀ ਵਿੱਚ ਮੋਤੀਆਂ ਦਾ ਨਾ ਇੱਕ ਗੁੱਛਾ ਲਟਕਿਆ ਹੋਇਆ, ਬੜੇ ਕੀਮਤੀ ਮੋਤੀ ਨੇ। ਸੀਸ ਹਿੱਲਦਾ, ਨਾਲ ਨਾਲ ਉਹ ਗੁੱਛੇ ਵੀ ਜਿਹੜੇ ਨੇ ਮੋਤੀਆਂ ਦੇ ਉਹ ਹਿੱਲਦੇ ਨੇ। ਮੁਖ ਮੰਡਲ ਕੇ ਦੋਏ ਦਿਸ਼ਾ ਕੁੰਡਲ ਰਤ ਨੇਤੇ। ਔਰ ਮੇਰੇ ਪਾਤਸ਼ਾਹ ਦੇ ਆਭੂਸ਼ਣ ਜੋ ਰਾਜਸੀ ਠਾਠ ਦਾ ਨਿਸ਼ਾਨ ਹਨ, ਰਾਜਸੀ ਠਾਠ ਵਾ, ਕਿਉਂਕਿ ਪਾਤਸ਼ਾਹ ਰਾਜਸੀ ਪ੍ਰਤਾਪ ਦੇ ਨਾਲ ਰਹਿੰਦੇ। 6ਵੇਂ ਪਾਤਸ਼ਾਹ ਦੇ ਸਮੇਂ ਗੁਰਦੇਵ ਨੇ ਰਾਜਸੀ ਠਾਠ ਬਾਗ ਧਾਰਨ ਕੀਤਾ। ਉਹਦੇ ਮੁਤਾਬਕ ਗੁਰਦੇਵ ਦੇ ਜੋ ਰਾਜਸੀ ਠਾਠ ਬਾਗ ਦੇ ਚਿੰਨ੍ਹ ਹੁੰਦੇ ਹੈ,
ਉਹ ਸਰੀਰ ਤੇ ਕੰਨਾਂ ਵਿੱਚ ਵੀ ਸੋਭਨੀਕ ਹੋ ਰਹੇ ਨੇ। ਮਾਰ ਤੰਡ ਜੁਗ ਮੈਂ ਸਸੀ ਸ਼ੋਭਾ ਅਸ ਹੋਤੇ। ਕਹਿੰਦੇ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਦੋ ਸੂਰਜਾਂ ਦੇ ਵਿੱਚ ਇੱਕ ਚੰਦਰਮਾ ਸੋਭ ਰਿਹਾ ਹੋਵੇ। ਸੱਜੇ ਖੱਬੇ ਦੋ ਸੂਰਜ ਹੋਣ ਤੇ ਵਿੱਚ ਚੰਦਰਮਾ ਬੜਾ ਸ਼ੀਤਲ ਤੇ ਠੰਡਾ ਹੋ ਕੇ ਸ਼ੋਭਨੀਕ ਹੋ ਰਿਹਾ ਹੋਵੇ। ਸਿੱਖਨ ਕੇ ਦ੍ਰਿਗ ਇਮ ਲਗੇ ਜਨ ਪਿਖੇ ਚਕੋਰਾ। ਤੇ ਸਿੱਖਾਂ ਦੀਆਂ ਅੱਖਾਂ ਕਲਗੀਧਰ ਦੇ ਸੋਹਣੇ ਚਿਹਰੇ ਵੱਲ ਇਸ ਤਰ੍ਹਾਂ ਲੱਗੀਆਂ ਹੋਈਆਂ ਨੇ ਮਾਨੋ ਜਿਵੇਂ ਚਕੋਰਾਂ ਚੰਨ ਨੂੰ ਵੇਖਦੀਆਂ ਇੱਕ ਟਕੀ ਲਾ ਕੇ। ਏਦਾਂ ਸਤਿਗੁਰਾਂ ਦਾ ਚੰਨ ਜਿਹਾ ਮੁਖੜਾ ਗੁਰਸਿੱਖਾਂ ਦੇ ਨੇਤਰ ਚਕੋਰਾਂ ਬਣ ਕੇ ਦਰਸ਼ਨ ਕਰ ਰਹੇ ਨੇ। ਚਹੂ ਔਰ ਘੇਰਤ ਰਹਿਤ ਨੈ ਚੈਤ ਵਿਛੋਰਾ। ਚਾਰੇ ਪਾਸੇ ਘੇਰਾ ਪਿਆ ਹੋਇਆ ਸਿੱਖਾਂ ਦਾ ਸਤਿਗੁਰਾਂ ਨੂੰ। ਉਹ ਵਿਛੋੜਾ ਨਹੀਂ ਚਾਹੁੰਦੇ, ਉਹ ਨਹੀਂ ਚਾਹੁੰਦੇ ਸਤਿਗੁਰਾਂ ਤੋਂ ਪਾਸੇ ਦੂਰ ਜਾਈਏ। ਜਿਵੇਂ ਚਕੋਰ ਨਹੀਂ ਨਾ ਚੰਨ ਨੂੰ ਵੇਖ ਕੇ ਓਹਲੇ ਹੁੰਦੀ, ਇਸੇ ਤਰ੍ਹਾਂ ਸਿੱਖ ਵੀ ਨਹੀਂ ਚਾਹੁੰਦੇ ਮਹਾਰਾਜ ਜੀ ਤੋਂ ਪਾਸੇ ਹਟ ਕੇ ਕਿਤੇ ਜਾਈਏ, ਗੁਰਦੇਵ ਤੋਂ ਨਿਗਾਹ ਪਾਸੇ ਹਟਾ ਕੇ ਕਿਸੇ ਹੋਰ ਪਾਸੇ ਵੇਖੀਏ। ਮੁਕਤਾ ਮਾਲ ਵਿਸਾਲ ਗਰ ਲੋਲਕ ਲਟਕੰਤੀ। ਆਹਾ, ਸਤਿਗੁਰਾਂ ਦੇ ਗਲ ਵਿੱਚ ਮੋਤੀਆਂ ਦੀ ਮਾਲਾ ਪਾਈ ਹੋਈ, ਗੁਰਦੇਵ ਦੇ ਕੰਠ ਵਿੱਚ ਰਾਗਸੀ ਠਾਠ ਦਾ ਨਿਸ਼ਾਨ, ਮੋਤੀਆਂ ਦੀ ਮਾਲਾ। ਉਹਦੇ ਵਿੱਚ ਬੜੇ ਕੀਮਤੀ ਜਿਹੜੇ ਮੋਤੀ ਨੇ, ਉਹ ਬੜੇ ਸੁੰਦਰ ਲਟਕਣ ਵਾਲੇ ਮੋਤੀ ਉਹ ਲਟਕ ਰਹੇ ਹਨ। ਹੀਰੇ ਚੀਰ ਚਕੋਰ ਰਚ ਦੁਤੀ ਅਤੀ ਦਮਕੰਤੀ। ਹੀਰਿਆਂ ਦੀ ਕਹਿੰਦੇ ਚੰਗੀ ਤਰ੍ਹਾਂ ਕਾਟ ਕਰਕੇ ਨਾ, ਹੀਰਿਆਂ ਨੂੰ ਕੱਟ ਕੇ ਉਹਨਾਂ ਦੀ ਬੜੀ ਸੋਹਣੀ ਕਿਰਤੀ ਬਣਾ ਕੇ ਉਹ ਮਹਾਰਾਜ ਜੀ ਦੇ ਸਰੀਰ ਤੇ ਸ਼ੋਭਨੀਕ ਹੋ ਰਹੇ ਨੇ। ਪੂਜਾ ਪ੍ਰਲੰਬਨ ਕੇ ਬਿਖੈ ਨਵ ਰਤਨੇ ਪਾਏ। ਅਜਾਨ ਬਾਹਾਂ ਨੇ ਕਲਗੀਧਰ ਦੀਆਂ, ਲੰਮੀਆਂ ਬਾਹਾਂ ਬੜੀਆਂ ਬਲ ਨਾਲ ਭਰੀਆਂ ਹੋਈਆਂ, ਔਰ ਉਹਨਾਂ ਬਾਹਾਂ ਦੇ ਡੋਲਿਆਂ ਨਾਲ ਗੁਰਦੇਵ ਦੇ ਅੰਗਦ ਬਹੂਟੇ, ਜਿਨ੍ਹਾਂ ਨੂੰ ਬਹੂਟੇ ਵੀ ਕਹਿੰਦੇ, ਅੰਗਦ ਦੇ 9 ਰਤਨ ਜਿਹੜੇ ਨੇ ਉਹਨਾਂ ਦੇ ਬਣਾ ਕੇ ਨਾ ਉਹ ਡੋਲਿਆਂ ਦੇ ਨਾਲ, ਇਹ ਰਾਜਸੀ ਠਾਠ ਸੀ, ਉਹ ਕਹਿੰਦੇ ਬੱਧੇ ਹੋਏ ਨੇ। ਜਨ ਮੈਂ ਪਰ ਨਵ ਗ੍ਰਹਿ ਉਤਰ ਸੇਵਤ ਚਿਤ ਲਾਏ। ਡੋਲਿਆਂ ਨਾਲ ਬੱਧੇ ਹੋਏ ਨਵ ਰਤਨ, ਇਦਾਂ ਜਾਪਦਾ ਮਾਨੋ ਜਿਵੇਂ 9 ਗ੍ਰਹਿ ਉਤਰ ਕੇ ਗੁਰੂ ਕਲਗੀਧਰ ਜੀ ਦੀ ਸੇਵਾ ਕਰ ਰਹੇ ਨੇ, ਮਹਾਰਾਜ ਜੀ ਦੀ ਸੇਵਾ 'ਚ ਹਾਜ਼ਰ ਹੋਏ ਨੇ। ਇਹਨਾਂ ਰਤਨਾਂ ਦੇ ਬਹਾਨੇ ਗੁਰਦੇਵ ਦੀ ਸੇਵਾ ਵਿੱਚ ਹਾਜ਼ਰ ਹਨ। ਸ਼ਤਰੂ ਬਿਲੋਕਤ ਕਾਲ ਸਮ ਜਾਣੇ ਲੈ ਪ੍ਰਾਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਵੇਖੋ ਇੰਨਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ, ਪਰ ਜੇ ਕੋਈ ਦੁਸ਼ਮਣੀ ਦੀ ਦ੍ਰਿਸ਼ਟੀ ਨਾਲ ਕਲਗੀਧਰ ਨੂੰ ਵੇਖਦਾ, ਸ਼ਤਰੂ ਬਿਰਤੀ ਨਾਲ, ਤਾਂ ਕਲਗੀਧਰ ਉਹਨੂੰ ਕਾਲ ਬਣ ਕੇ ਨਜ਼ਰ ਆਉਂਦੇ ਨੇ। ਜੇ ਕੋਈ ਸ਼ਤਰੂ ਦੀ ਬਿਰਤੀ ਨਾਲ ਵੇਖਦਾ ਗੁਰਦੇਵ ਨੂੰ ਤੇ ਫਿਰ ਮਹਾਰਾਜ ਉਹਨੂੰ ਕਾਲ ਬਣ ਕੇ ਦਿਸਦੇ ਨੇ, ਉਹਦੀ ਮੌਤ ਬਣ ਕੇ ਉਹਨੂੰ ਨਜ਼ਰ ਆਉਂਦੇ ਹਨ। ਦੇਵ ਤਰੋਵਰ ਕੋ ਲਖੈ ਜਨ ਕਾਮਨਵਾਨਾ। ਜਿਹੜੇ ਕਾਮਨਾਵਾਨ ਸਿੱਖ ਨੇ ਉਹ ਜਦੋਂ ਕਲਗੀਧਰ ਨੂੰ ਵੇਖਦੇ ਨੇ ਤੇ ਉਹ ਕਲਗੀਧਰ ਜੀ ਨੂੰ ਕਲਪ ਬ੍ਰਿਛ ਵਾਂਗੂ ਵੇਖਦੇ ਨੇ ਵੀ ਸਤਿਗੁਰਾਂ ਦੇ ਕੋਲੋਂ ਸਾਡੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ। ਇੱਥੇ ਸਾਰਿਆਂ ਦੀ ਦ੍ਰਿਸ਼ਟੀ ਵੇਖੋ, ਕਲਗੀਧਰ ਉਹੀ ਨੇ ਸਾਹਮਣੇ ਬੈਠੇ ਜੋ ਹਨ ਪਰਮੇਸ਼ਵਰ ਰੂਪ। ਜੇ ਦੁਸ਼ਮਣ ਵੇਖਦਾ ਤਾਂ ਕਲਗੀਧਰ ਕਾਲ ਰੂਪ ਹੋ ਕੇ ਉਹਨੂੰ ਨਜ਼ਰ ਆਉਂਦੇ ਹੈ, ਪਰ ਜੇ ਕੋਈ ਕਾਮਨਾਵਾਨ ਵੇਖਦਾ ਤੇ ਕਲਗੀਧਰ ਉਹਨੂੰ ਦੇਵ ਤਰੂ ਹੋ ਕੇ ਨਜ਼ਰ ਆਉਂਦੇ ਵੀ ਇਹ ਤਾਂ ਕਲਪ ਬ੍ਰਿਛ ਵਾਂਗੂ ਨੇ ਜਿਹੜੇ ਸਾਡੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ। ਗਿਆਨੀ ਲਖੇ ਪਰਮਾਤਮਾ ਬਾਛਤ ਤਨ ਤਾਰਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਬਚਨ ਭਾਈ ਸਾਹਿਬ ਇਤਨਾ ਕੀਮਤੀ ਤੇ ਗੂੜਾ ਲਿਖ ਰਹੇ ਨੇ। ਜਿਹੜੇ ਗਿਆਨਵਾਨ ਨੇ, ਗਿਆਨੀ, ਉਹ ਜਦੋਂ ਕਲਗੀਧਰ ਨੂੰ ਵੇਖਦੇ ਨੇ ਤੇ ਇਦਾਂ ਵੇਖਦੇ ਨੇ ਕਿ ਪਾਰ ਬ੍ਰਹਮ ਪਰਮਾਤਮਾ ਦਾ ਸਵਰੂਪ ਨੇ, ਆਪ ਹੀ ਪੂਰਨ ਪਰਮੇਸ਼ਵਰ ਨੇ। ਜਦੋਂ ਗਿਆਨੀ ਵੇਖਦੇ ਨੇ ਨਾ, ਉਹ ਕਹਿੰਦੇ ਮਨ ਨੂੰ ਵੀ ਜਿਹੜੀ ਜਿਸ ਸਰੂਪ ਦੀ ਸਾਧਨਾ, ਉਹ ਸਾਧਕ ਜਦੋਂ ਤੱਕ ਸਾਧਨਾ ਕਰਦਾ ਰਹਿੰਦਾ ਉਹਦੀ ਸਾਧਨਾ ਨੂੰ ਫਲ ਉਦੋਂ ਲੱਗਦਾ ਜਿਸ ਲਈ ਸਾਧਨਾ ਕਰ ਰਿਹਾ ਇੱਕਦਮ ਉਹਦੇ ਸਾਹਮਣੇ ਹੋਵੇ, ਸਾਖਸ਼ਾਤਕਾਰ ਹੋਵੇ। ਇਹੀ ਉਹਦੀ ਸਾਧਨਾ ਦਾ ਫਲ ਹੈ।
ਕਲਗੀਧਰ ਜੀ ਉਹਨਾਂ ਸਾਧਕਾਂ ਲਈ, ਉਹਨਾਂ ਗਿਆਨਵਾਨਾਂ ਲਈ, ਉਹਨਾਂ ਦੇ ਗਿਆਨ ਸਾਧਨਾ ਦਾ ਫਲ ਨੇ ਜੋ ਉਹਨਾਂ ਦੇ ਸਾਹਮਣੇ ਪ੍ਰਤੱਖ ਹੋ ਕੇ ਬੈਠੇ ਨੇ, ਔਰ ਉਹਨਾਂ ਨੂੰ ਦਿਸ ਰਹੇ ਨੇ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਵਰ ਹਨ। ਨਿਸ਼ਚੇ ਭਗਤਨ ਕੇ ਹਿਰਦੈ ਵਿਸ਼ਨੂੰ ਅਵਤਾਰਾ। ਜਿਹੜੇ ਭਗਤ ਨੇ ਉਹਨਾਂ ਨੂੰ ਮਨ 'ਚ ਇਹ ਨਿਸ਼ਚਾ ਹੋ ਰਿਹਾ ਹੈ ਕਿ ਕਲਗੀਧਰ ਵਿਸ਼ਨੂੰ ਦਾ ਅਵਤਾਰ ਨੇ। ਵਿਸ਼ਨੂੰ ਦਾ ਇੱਥੇ ਮਤਲਬ ਕੀ ਹੈ? ਵਿਸ਼ਨੂੰ ਦਾ ਮਤਲਬ ਹੈ ਵਿਆਪਕ, ਜੋ ਸਰਬ ਥਾਈ, ਜਿਹਦੇ ਬਾਰੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਸੋ ਬੈਸਨੋ। ਉਹ ਜਿਹੜਾ ਵਿਆਪਕ ਵਿਸ਼ਨੂੰ ਹੈ, ਇੱਕ ਤਾਂ ਦੇਵਤਾ ਹੈ, ਇੱਕ ਵਿਸ਼ਨ ਦਾ ਮਤਲਬ ਹੁੰਦਾ ਵਿਆਪਕ, ਜੋ ਸਰਬ ਥਾਈ ਵਿਆਪਕ, ਹਰ ਜ਼ਰਰੇ ਵਿੱਚ ਵਿਆਪਕ। ਜਿਹੜੇ ਭਗਤ ਨੇ ਉਹ ਮਹਾਰਾਜ ਜੀ ਨੂੰ ਉਹਦਾ ਰੂਪ ਕਰਕੇ ਵੇਖ ਰਹੇ ਨੇ, ਜੋ ਵਿਆਪਕ ਪਰਮੇਸ਼ਵਰ ਹੈ, ਉਹ ਸਰੀਰ ਧਾਰਨ ਕਰਕੇ ਕਲਗੀਧਰ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਸ਼੍ਰੀ ਨਾਨਕ ਕੋ ਤਨ ਦਸਮ ਸਿੱਖਨ ਮਨ ਜਾਨਾ। ਇਹ ਤਾਂ ਸੀ ਭਗਤਾਂ ਦੀ, ਕਾਮਨਾਵਾਨਾਂ ਦੀ ਤੇ ਗਿਆਨੀਆਂ ਦੀ ਅਵਸਥਾ। ਹੁਣ ਸਿੱਖ ਕੀ ਕਰਕੇ ਵੇਖਦੇ ਨੇ ਗੁਰੂ ਕਲਗੀਧਰ ਨੂੰ? ਜਿਹੜੇ ਸਿੱਖ ਨੇ ਉਹ ਕੀ ਵੇਖ ਰਹੇ ਨੇ? ਉਹ ਵੇਖ ਰਹੇ ਨੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਨੇ 10ਵਾਂ ਸਰੀਰ ਧਾਰਨ ਕੀਤਾ, ਇਹ ਗੁਰੂ ਨਾਨਕ ਪਾਤਸ਼ਾਹ ਦੇ 10ਵੇਂ ਸਰੂਪ ਨੇ। ਇਹ ਸਿੱਖ ਵੇਖ ਰਹੇ ਨੇ, ਸਿੱਖਾਂ ਦੀ ਇਹ ਦ੍ਰਿਸ਼ਟੀ ਹੈ। ਹੁਣ ਸਿੱਖ ਦੀ ਦ੍ਰਿਸ਼ਟੀ ਨੂੰ ਤੁਸੀਂ ਭਗਤ ਤੇ ਲਾਗੂ ਨਹੀਂ ਕਰ ਸਕਦੇ, ਭਗਤ ਦੀ ਦ੍ਰਿਸ਼ਟੀ ਨੂੰ ਤੁਸੀਂ ਗਿਆਨੀ ਦੇ ਉੱਤੇ ਲਾਗੂ ਨਹੀਂ ਕਰ ਸਕਦੇ, ਗਿਆਨੀ ਦੀ ਜਿਹੜੀ ਦ੍ਰਿਸ਼ਟੀ ਆ ਉਹਨੂੰ ਤੁਸੀਂ ਕਾਮਨਾਵਾਨ ਤੇ ਲਾਗੂ ਨਹੀਂ ਕਰ ਸਕਦੇ। ਇੱਕ ਦੂਜੇ ਤੇ ਨਹੀਂ ਨਾ, ਸਭ ਦੇ ਆਪੋ ਆਪਣੇ ਭਾਵ ਨੇ, ਉਹਦੇ ਮੁਤਾਬਕ ਗੁਰੂ ਸਾਹਿਬ ਦਰਸ਼ਨ ਦੇ ਰਹੇ। ਸਿੱਖ ਨੂੰ ਇਹ ਨਜ਼ਰ ਆ ਰਿਹਾ ਕਿ ਗੁਰੂ ਨਾਨਕ ਸਾਹਿਬ ਦਾ 10ਵਾਂ ਸਰੂਪ ਹਨ। ਪ੍ਰਜਾ ਲਖੇ ਰਾਜਾ ਮਹਾ ਪਾਲੇ ਬਿਦ ਨਾਨਾ। ਜਿਹੜੇ ਆਨੰਦਪੁਰ ਸਾਹਿਬ ਦੀ ਵਸਿੰਦੇ ਨੇ ਆਲੇ ਦੁਆਲੇ ਪਿੰਡਾਂ, ਉਹ ਪਰਜਾ ਬਣ ਗਏ ਨੇ ਸਤਿਗੁਰਾਂ ਦੀ। ਉਹ ਇਹ ਜਾਣਦੇ ਨੇ ਕਿ ਕਲਗੀਧਰ ਜੀ ਸਾਡੇ ਰਾਜੇ ਨੇ ਔਰ ਸਾਨੂੰ ਅਸੀਂ ਸਾਰੇ ਉਹਨਾਂ ਦੀ ਪਰਜਾ, ਉਹ ਸਾਨੂੰ ਪਾਲਣ ਵਾਲੇ ਨੇ। ਪਰਜਾ ਇਹ ਵੇਖ ਰਹੀ ਹੈ ਕਿ ਕਲਗੀਧਰ ਜੀ ਰਾਜਾਨ ਰਾਜ ਰਾਜੇ ਨੇ ਔਰ ਉਹ ਸਾਨੂੰ ਪਾਲਣ ਵਾਲੇ ਨੇ। ਜਿਵੇਂ ਰਾਜੇ ਦਾ ਧਰਮ ਹੁੰਦਾ ਪਰਜਾ ਨੂੰ ਪਾਲਣਾ, ਰਾਜੇ ਦਾ ਇਹ ਕਰਤੱਵ ਹੁੰਦਾ ਹੈ। ਰਾਜੇ ਦਾ ਕਰਤੱਵ ਇਹ ਨਹੀਂ ਹੁੰਦਾ ਕਿ ਪਰਜਾ ਦਾ ਗਲ ਵੱਢਣਾ, ਉਹਨਾਂ ਦੀ ਮਜਬੂਰੀ ਦਾ ਲਾਭ ਉਠਾਉਣਾ। ਰਾਜੇ ਦਾ ਧਰਮ ਹੈ ਹਰ ਹਿੱਲੇ ਆਪਣੀ ਪਰਜਾ ਦੇ ਨਾਲ ਖਲੋਣਾ, ਆਪਣੀ ਪਰਜਾ ਦੀ ਰਾਖੀ ਕਰਨੀ। ਜੋ ਨਗਰਾਂ ਦੇ ਲੋਕ ਨੇ ਕਈ, ਉਹ ਪਰਜਾ ਬਣ ਕੇ ਕਲਗੀਧਰ ਨੂੰ ਆਪਣਾ ਰਾਜਾ ਮੰਨਦੇ ਹਨ। ਸੰਧਿਆ ਲਗ ਥਿਰ ਸਭਾ ਮੈਂ ਦਰਸ਼ਨ ਕੋ ਦੀਨਾ। ਸੰਧਿਆ ਤੱਕ ਮਹਾਰਾਜ ਜੀ ਦਰਸ਼ਨ ਦਿੰਦੇ ਰਹੇ ਸਾਰੀ ਸੰਗਤ ਨੂੰ। ਸੰਗਤ ਬਹੁਤ ਸੀ ਤੇ ਸ਼ਾਮ ਤੱਕ ਹੀ ਮਹਾਰਾਜ ਜੀ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ਦੇ ਰਹੇ। ਪੂਰੀ ਕਾਮਨਾ ਸਬਨ ਕੀ ਦੁਖ ਦਾਰਿਦਹੀਨਾ। ਸਾਰਿਆਂ ਦੀਆਂ ਕਾਮਨਾਵਾਂ ਪੂਰਨ ਕੀਤੀਆਂ, ਸਭ ਦੇ ਦੁੱਖ ਦਲਿੱਦਰ ਮੇਰੇ ਪਾਤਸ਼ਾਹ ਨੇ ਹਰ ਲਏ ਹਨ। ਦੁੱਖ ਦਰਦ ਸਾਰਿਆਂ ਦੇ ਨਿਰਵਿਰਤ ਕਰ ਦਿੱਤੇ ਹਨ। ਸਿੰਘ ਪਵਰ ਉੱਠ ਕਰ ਚਲੇ ਸਭ ਬੰਧਨ ਠਾਨੀ। ਸਭ ਨੂੰ ਦਰਸ਼ਨ ਦੇ ਕੇ ਮਹਾਰਾਜ ਜੀ ਜੋ ਦਰਬਾਰ ਦਾ ਸਿੰਘ ਪੌਰ ਕਹਿੰਦੇ ਨੇ ਮੁੱਖ ਦਰਵਾਜ਼ਾ, ਉਸ ਪਾਸੇ ਜਦੋਂ ਪਾਤਸ਼ਾਹ ਆਪਣੇ ਸਿੰਘਾਸਣ ਤੋਂ ਉੱਠ ਕੇ ਚੱਲੇ, ਜਿੰਨੀ ਸੰਗਤ ਸੀ ਸਭ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ ਸਤਿਗੁਰਾਂ ਦੇ ਸਤਕਾਰ ਵਜੋਂ। ਪ੍ਰਭ ਸ਼ੈ ਸੁੰਦਰ ਸਦਨ ਮੈਂ ਸਤਿਗੁਰ ਗੁਣ ਖਾਨੀ। ਔਰ ਸਤਿਗੁਰੂ ਗੁਣਾਂ ਦੀ ਖਾਨ ਨੇ ਆਪਣਿਆਂ ਮਹਿਲਾਂ ਵਿੱਚ, ਜਿੱਥੇ ਮੇਰੇ ਪਾਤਸ਼ਾਹ ਦਾ ਨਿਜ ਆਸਣ ਹੈ, ਨਿਜ ਆਸਣਾ ਤੇ ਸਤਿਗੁਰੂ ਜੀ ਆਏ ਹਨ। ਦੋਹਰਾ ਸੁਧ ਪਸਰੀ ਪੁਰ ਗ੍ਰਾਮ ਮੈਂ ਗੁਰ ਆਨੰਦਪੁਰ ਆਏ। ਆਨੰਦਪੁਰ ਸਾਹਿਬ ਸਤਿਗੁਰੂ ਜੀ ਆ ਗਏ ਨੇ, ਇਹ ਖਬਰ ਦੂਰ ਦੂਰ ਤੱਕ ਪਸਰ ਗਈ ਹੈ। ਦੂਰ ਦੂਰ ਤੱਕ ਹਰ ਪਾਸੇ ਇਹ ਖਬਰ ਫੈਲ ਗਈ ਹੈ
ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆ ਗਏ ਹਨ। ਸ਼ਤੁਰਨ ਕੇ ਚਿੰਤਾ ਬਦੀ, ਸਿੱਖਨ ਸੁਨ ਸੁਖ ਪਾਏ। ਜਿਹੜੇ ਸ਼ਤਰੂ ਨੇ, ਦੁਸ਼ਮਣ ਮਹਾਰਾਜ ਜੀ ਦੇ, ਸਤਿਗੁਰੂ ਜੀ ਨਹੀਂ ਕਿਸੇ ਦੇ ਦੁਸ਼ਮਣ, ਪਰ ਜਿਹੜੇ ਸਤਿਗੁਰਾਂ ਨਾਲ ਦੁਸ਼ਮਣੀ ਪਾਈ ਬੈਠੇ ਨੇ, ਰਾਜੇ ਭੀਮ ਚੰਦ ਵਰਗੇ, ਉਹਨਾਂ ਦੇ ਮਨ 'ਚ ਚਿੰਤਾ ਵੱਧ ਗਈ, ਫਿਕਰ ਵੱਧ ਗਿਆ। ਹੁਣ ਕੀ ਹੋਵੇਗਾ? ਉੱਥੇ ਪੌਂਟਾ ਸਾਹਿਬ ਤਾਂ ਅਸੀਂ ਉਹਨਾਂ ਤੇ ਹੱਲਾ ਕਰਕੇ ਆਏ ਪਰ ਹਾਰ ਗਏ, ਪਰ ਹੁਣ ਤਾਂ ਵਾਪਸ ਆ ਗਏ ਨੇ ਇੱਥੇ ਫੌਜ ਉਹਨਾਂ ਦੇ ਕੋਲ। ਭੀਮ ਚੰਦ ਨੂੰ ਪਿੱਸੂ ਪੈਣ ਲੱਗ ਪਏ ਵੀ ਹੁਣ ਕਿਤੇ ਇੱਧਰ ਮੇਰੇ ਵੱਲ ਨਾ ਮੂੰਹ ਕਰਕੇ ਆ ਜਾਣ, ਹਮਲਾ ਕਰਨ। ਡਰ ਹੈ ਉਹਦੇ ਮਨ 'ਚ। ਦੁਸ਼ਮਣਾਂ ਦੇ ਹਿਰਦਿਆਂ 'ਚ ਭੈ ਪੈਦਾ ਹੋ ਰਿਹਾ ਹੈ ਔਰ ਗੁਰਸਿੱਖਾਂ ਦੇ ਹਿਰਦਿਆਂ 'ਚ ਚਾਅ ਪੈਦਾ ਹੋ ਰਿਹਾ ਹੈ। ਕਲਗੀਧਰ ਆ ਗਏ ਨੇ। ਦੁਸ਼ਮਣ ਵਾਸਤੇ ਮਹਾਰਾਜ ਜੀ ਕਾਲ ਰੂਪ ਨੇ, ਤੇ ਖਾਲਸਾ ਜੀ ਉਹੀ ਕਾਲ ਆਪਣੇ ਸਿੱਖਾਂ ਲਈ ਰੱਖਿਆ ਵੀ ਕਰਦਾ ਹੈ। ਮਹਾਕਾਲ ਰਖਵਾਰ ਹਮਾਰੋ, ਸੇਵਕਾਂ ਨੂੰ ਪਾਲਦਾ, ਜਿਹੜੇ ਦਵੈਸ਼ ਰੱਖਣ ਵਾਲੇ ਨੂੰ ਉਹਨਾਂ ਵਾਸਤੇ ਮਹਾਰਾਜ ਕਾਲ ਰੂਪ ਨੇ। ਸੋ ਐਸੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆ ਗਏ ਨੇ। ਖਬਰ ਦੂਰ ਦੂਰ ਤੱਕ ਪਸਰ ਗਈ ਹੈ। ਬੜੇ ਪ੍ਰੇਮੀ ਆਏ ਗੁਰ ਕੇ ਸ਼ਰਨ, ਭਇਓ ਦਾਰਦ ਹਰਨ ਬ੍ਰਿੰਦ। ਤਾਰਨ ਤਰਨ ਜਿਨ ਕੇ ਨ ਸਾਮਿਆਨ ਕੋ, ਸੁਨ ਸੁਨ ਬਾਨੀਏ ਬਨਜ ਕੇ ਕਰਨ ਹਿਤ। ਵਖਰ ਮਹਾਨ ਧਨ ਪਾਵਤ ਦੁਕਾਨ ਕੋ, ਸਿੱਖ ਸਮੁਦਾਇ ਬਸੇ ਲਾਭ ਕੋ ਵਿਸਾਲ ਜਾਨ। ਦਰਸ਼ਨ ਪ੍ਰਭ ਅਰ ਜੀਵਾ ਗੁਜਰਾਨ ਕੋ, ਧਰੈ ਮਨ ਕਾਮਨਾ ਕੋ ਧਾਮਨ ਬਨਾਏ। ਤਮ ਦੁਖ ਕੀ ਨਾ ਗਮ, ਭਏ ਮਹਾ ਸੁਖਵਾਨ ਕੋ। ਆਈ ਨਵੋ ਨਿਧ ਸਭ ਕਾਰਜ ਕੋ, ਕਰਹਿ ਸਿਧ ਰਿਧ ਭਈ। ਘਰ ਘਰ ਕਮੀ ਹੈ ਨਾ ਕਾਹੇ ਕੀ। ਇਹ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਦਸਮੇਸ਼ ਪਿਤਾ ਸਰਬੰਸ ਦਾਨੀ, ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਨਿਵਾਸ ਕੀਤਾ ਹੈ। ਆਨੰਦਪੁਰ ਸਾਹਿਬ ਦੀਆਂ ਜਿਹੜੀਆਂ ਤਿਆਰੀਆਂ ਹਨ ਮਹਾਰਾਜ ਜੀ ਦੀਆਂ, ਜਿਹਦੇ ਬਾਰੇ ਖੁਦ ਕਲਗੀਧਰ ਜੀ ਨੇ ਆਪ ਆਪਣੀ ਬਾਣੀ ਬਚਿੱਤਰ ਨਾਟਕ ਵਿੱਚ ਇਹ ਬਚਨ ਲਿਖੇ ਨੇ ਕਿ ਦੇਸ਼ ਚਾਲ ਹਮ ਕਹਿ ਲੂਰ ਮੈਂ ਬਾਂਧਿਓ ਆਨ ਆਨੰਦਪੁਰ ਗਾਮ। ਜੁਧ ਜੀਤ ਆਏ ਜਬੈ ਟਿਕੇ ਨਾ ਤਿਨ ਪ੍ਰਪਾਮ। ਕਾਹੈ ਲੂਰ ਮੈਂ ਬਾਂਧਿਓ ਆਨ ਆਨੰਦਪੁਰ ਗਾਮ। ਹੁਣ ਆਨੰਦਪੁਰ ਸਾਹਿਬ ਤਾਂ ਪਹਿਲਾਂ ਹੀ ਬੰਨਿਆ ਹੋਇਆ ਸੀ, ਯਾਨੀ ਕਿ ਉੱਥੇ ਕਿਲ੍ਹਾਬੰਦੀਆਂ ਸ਼ੁਰੂ ਕੀਤੀਆਂ। ਕਿਲ੍ਹੇ ਦੇ ਮਹਾਰਾਜ ਜੀ ਨੇ ਰਚਨਾ ਸ਼ੁਰੂ ਕੀਤੀ ਹੈ। ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।